प्यारे विद्यार्थियों 10+2 बायोलॉजी की क्लास में एक बार फिर तुहाडा सब का स्वागत है। बेटा असी अज तुहाडा बायोलॉजी सब्जैक्ट का यूनिट 3 बायोलॉजी इन ह्यूमन वैलफेयर स्टार्ट करने जा रहे हैं। बेटा इस यूनिट का स्कोप की है कि ह्यूमन वैलफेयर के लिए साडे फायदे के लिए बायोलॉजी किवें काम कर रही है, ਜਾਂ ਅਸੀਂ ਇਹ ਕਹਿ ਸਕਦੇ ਹਾਂ कि बायोलॉजी ਦੀਆਂ प्रैक्टिकल एप्लीकेशनस की है ਸਾਡੇ ਲਈ ਕਿਵੇਂ ਕੰਮ ਕਰ ਰਹੀ है। ਤਾਂ ਇਸ यूनिट ਦੇ ਵਿੱਚ बेटा ਅਸੀਂ 3 ਚੈਪਟਰ ਸਟੱਡੀ ਕਰਾਂਗੇ। ਕਿਹੜੇ ਚੈਪਟਰ बेटा ਅਸੀਂ ਇਸ यूनिट ਦੇ ਵਿੱਚ ਸਟੱਡੀ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ बेटा ਅਸੀਂ ਗੱਲ ਕਰਾਂਗੇ ਹਿਊਮਨ ਹੈਲਥ ਐਂਡ ਡਿਜ਼ੀਜ਼। ਪਹਿਲਾ ਸਾਡਾ ਚੈਪਟਰ ਹੋਏਗਾ ਹਿਊਮਨ ਹੈਲਥ ਐਂਡ ਡਿਜ਼ੀਜ਼, ਜਿਹਦੇ ਵਿੱਚ बेटा ਜਿੰਨੀਆਂ ਵੀ ਡਿਜ਼ੀਜ਼ਸ ਹੈਗੀਆਂ ਨੇ ਉਹਨਾਂ ਸਾਰੇ ਡਿਜ਼ੀਜ਼ ਦੀ ਜਨਰਲ ਇੰਟਰੋਡਕਸ਼ਨ ਅਸੀਂ ਪੜਾਂਗੇ। ਹਿਊਮਨ ਹੈਲਥ ਦੇ ਨਾਲ ਰਿਲੇਟਡ ਟੌਪਿਕਸ ਅਸੀਂ ਪੜਾਂਗੇ। ਇਸ ਤੋਂ ਬਾਅਦ ਦੇ ਵਿੱਚ बेटा ਸਾਡਾ ਜਿਹੜਾ ਦੂਸਰਾ ਚੈਪਟਰ ਇਸ यूनिट ਦਾ ਹੋਏਗਾ, ਤੁਹਾਡੀ ਬੁੱਕ ਦਾ ਚੈਪਟਰ ਨੰਬਰ 9 ਹੈ, यूनिट ਨੰਬਰ 3 ਦਾ ਚੈਪਟਰ ਨੰਬਰ 2 ਜਿਹੜਾ ਹੈਗਾ बेटा that is strategies for enhancement in food production। ਫੂਡ ਪ੍ਰੋਡਕਸ਼ਨ ਜਿਹੜੀ ਅਸੀਂ ਕਰ ਰਹੇ ਹਾਂ, ਪਲਾਂਟਸ ਤੋਂ ਫੂਡ ਲੈ ਰਹੇ ਹਾਂ ਚਾਹੇ ਦੀ ਐਨੀਮਲਸ ਤੋਂ ਫੂਡ ਲੈ ਰਹੇ ਹਾਂ, ਅਸੀਂ ਦੋਨਾਂ ਨੂੰ ਐਜ਼ ਅ ਸੋਰਸ ਆਫ ਫੂਡ ਯੂਜ਼ ਕਰ ਰਹੇ ਹਾਂ। ਐਨੀਮਲ ਦੇ ਵਿੱਚ ਸਾਡੇ ਕੋਲ ਐਪੀਕਲਚਰ ਆ ਜਾਂਦਾ ਹੈ, ਪੋਲਟਰੀ ਆ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਾਹੇ ਦੀ ਅਸੀਂ ਪਲਾਂਟਸ ਨੇ ਸਾਡੀਆਂ ਕ੍ਰੌਪਸ ਹੈਗੀਆਂ ਨੇ ਜਿਨ੍ਹਾਂ ਤੋਂ ਅਸੀਂ ਫੂਡ ਲੈ ਰਹੇ ਹਾਂ, ਫੂਡ ਕ੍ਰੌਪਸ ਨੇ, ਤਾਂ ਉਹਨਾਂ ਦੇ ਵਿੱਚ बेटा ਫੂਡ ਪ੍ਰੋਡਕਸ਼ਨ ਨੂੰ ਕਿਵੇਂ ਵਧਾਇਆ ਜਾਵੇ ਉਹ ਸਾਡਾ ਸੈਕੰਡ ਚੈਪਟਰ ਦਾ ਸਕੋਪ ਰਹਿਣ ਵਾਲਾ ਹੈ ਇਸ यूनिट ਦਾ। ਤੁਹਾਡੀ ਬੁੱਕ ਦੇ ਚੈਪਟਰ ਨੰਬਰ 9 ਦਾ that is strategies for enhancement in food production ਕਿਹੜੀਆਂ ਟੈਕਨੀਕਸ ਨੇ ਉਹ ਸਾਰੀਆਂ ਅਸੀਂ ਇਸ ਚੈਪਟਰ ਦੇ ਵਿੱਚ ਪੜਾਂਗੇ। ਇਸ ਤੋਂ ਬਾਅਦ ਦੇ ਵਿੱਚ बेटा ਅਸੀਂ ਆਪਣੇ ਇਸ यूनिट ਦੇ ਚੈਪਟਰ ਨੰਬਰ 3 ਤੁਹਾਡੀ ਬੁੱਕ ਦੇ ਚੈਪਟਰ ਨੰਬਰ 10 ਦੀ ਜੇ ਗੱਲ ਕਰੀਏ that is ਮਾਈਕਰੋਬਸ ਇਨ ਹਿਊਮਨ ਵੈਲਫੇਅਰ, ਕਿ ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਉਹ ਸਾਡੀ ਕਿਵੇਂ ਹੈਲਪ ਕਰਦੇ ਆ। ਆਮ ਤੌਰ ਤੇ ਅਸੀਂ ਇਹੀ ਸੋਚਦੇ ਹਾਂ ਨਾ ਕਿ ਮਾਈਕਰੋ ਆਰਗੈਨਿਜ਼ਮ ਤਾਂ ਡਿਜ਼ੀਜ਼ ਕਾਜ਼ਿੰਗ ਹੁੰਦੇ ਆ, ਬੈਕਟੀਰੀਆ ਡਿਜ਼ੀਜ਼ ਕਾਜ਼ਿੰਗ ਹੈ, ਵਾਇਰਸ ਡਿਜ਼ੀਜ਼ ਕਾਜ਼ਿੰਗ ਹੈ, ਬਟ ਇਹੀ ਮਾਈਕਰੋ ਆਰਗੈਨਿਜ਼ਮ ਜਿਹਦੇ ਵਿੱਚ ਬੈਕਟੀਰੀਆ ਹੈ, ਫੰਗਸ ਹੈ, ਇਹ ਮਾਈਕਰੋ ਆਰਗੈਨਿਜ਼ਮ ਸਾਡੇ ਲਈ ਬੈਨੀਫੀਸ਼ੀਅਲ ਕਿਵੇਂ ਹੋ ਸਕਦੇ ਨੇ, ਉਹ ਸਾਰੇ ਸਾਡੇ ਵੈਲਫੇਅਰ ਦੇ ਲਈ ਜਿਹੜੇ ਇਹ ਕੰਮ ਕਰ ਰਹੇ ਨੇ ਉਹ ਸਭ ਅਸੀਂ बेटा ਆਪਣੇ ਇਸ ਚੈਪਟਰ ਨੰਬਰ 10 ਦੇ ਵਿੱਚ ਪੜਾਂਗੇ that is ਮਾਈਕਰੋਬਸ ਇਨ ਹਿਊਮਨ ਵੈਲਫੇਅਰ। ਸੋ बेटा ਇਹ ਸਾਡਾ ਇਸ यूनिट ਦਾ ਸਕੋਪ ਹੈਗਾ। ਹੁਣ बेटा ਜੇ ਅਸੀਂ ਗੱਲ ਕਰੀਏ ਆਪਣੇ ਇਸ ਚੈਪਟਰ ਦੀ, ਜੋ ਪ੍ਰੈਜ਼ੈਂਟ ਚੈਪਟਰ ਜਿਹੜਾ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ, ਅੱਜ ਅਸੀਂ बेटा ਚੈਪਟਰ ਸਟਾਰਟ ਕਰਾਂਗੇ ਹਿਊਮਨ ਹੈਲਥ ਐਂਡ ਡਿਜ਼ੀਜ਼। ਹਿਊਮਨ ਹੈਲਥ ਐਂਡ ਡਿਜ਼ੀਜ਼ ਚੈਪਟਰ ਦੇ ਵਿੱਚ ਅਸੀਂ ਕੀ ਕੁਝ ਪੜਾਂਗੇ। ਅਸੀਂ बेटा ਸਭ ਤੋਂ ਗੱਲ ਕਰਾਂਗੇ, ਪਹਿਲਾਂ ਸਟਾਰਟ ਕਰਾਂਗੇ ਆਪਣੀ ਕਿ ਵਟ ਇਜ਼ ਡਿਜ਼ੀਜ਼, ਜਨਰਲੀ ਬਿਮਾਰੀ ਕੀ ਹੁੰਦੀ ਹੈ, ਡਿਜ਼ੀਜ਼ ਕੀ ਹੁੰਦੀ ਹੈ। ਉਸ ਤੋਂ ਬਾਅਦ ਦੇ ਵਿੱਚ बेटा ਅਸੀਂ ਗੱਲ ਕਰਾਂਗੇ ਟਾਈਪਸ ਆਫ ਡਿਜ਼ੀਜ਼, ਕਿਹੜੀਆਂ ਤਰ੍ਹਾਂ ਦੀਆਂ ਡਿਜ਼ੀਜ਼ਸ ਹੈਗੀਆਂ ਨੇ, ਜਿਹਦੇ ਵਿੱਚ बेटा ਆਪਣੇ ਕੋਲੇ ਕਮਿਊਨੀਕੇਬਲ ਡਿਜ਼ੀਜ਼ਸ ਵੀ ਹੋ ਸਕਦੀਆਂ ਨੇ ਜਿਹੜੀਆਂ ਸਪਰੈਡ ਹੁੰਦੀਆਂ ਤੇ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਵੀ ਹੋ ਸਕਦੀਆਂ ਨੇ, ਇਨਬੋਰਨ ਡਿਜ਼ੀਜ਼ਸ ਹੁੰਦੀਆਂ, ਕੁਝ ਜਿਹੜੀਆਂ ਹੈਗੀਆਂ ਜੈਨੇਟਿਕ ਡਿਸਆਰਡਰਸ ਵੀ ਹੁੰਦੇ ਆ। ਤਾਂ ਉਹ ਸਾਰੇ ਤਰ੍ਹਾਂ ਦੇ ਡਿਸਆਰਡਰਸ ਅਸੀਂ ਇਸ ਦੇ ਵਿੱਚ ਪੜਾਂਗੇ। ਉਸ ਤੋਂ ਬਾਅਦ ਦੇ ਵਿੱਚ बेटा ਅਸੀਂ ਫਿਰ ਸਾਡੇ ਕੁਝ ਕੁ ਕਾਮਨ ਜਿਹੜੇ ਕਮਿਊਨੀਕੇਬਲ ਡਿਸਆਰਡਰਸ ਨੇ ਉਹਨਾਂ ਦੀ ਗੱਲ ਕਰਾਂਗੇ। ਜਿਸ ਤਰ੍ਹਾਂ बेटा ਆਪਣੇ ਕੋਲੇ ਮਲੇਰੀਆ ਦੀ ਗੱਲ ਕਰਾਂਗੇ ਅਸੀਂ। ਇਸ ਦੇ ਵਿੱਚ ਹੋਰ ਜਿਹੜੀ ਬੈਕਟੀਰੀਅਲ ਡਿਜ਼ੀਜ਼ਸ ਹੈਗੀਆਂ ਨੇ, ਟਾਈਫਾਈਡ ਹੈਗਾ ਬੈਕਟੀਰੀਅਲ ਡਿਜ਼ੀਜ਼, ਵਾਇਰਲ ਡਿਜ਼ੀਜ਼ ਨੇ ਉਹਨਾਂ ਦੀ ਗੱਲ ਕਰਾਂਗੇ, ਫੰਗਸ ਤੋਂ ਹੋਣ ਵਾਲੀਆਂ ਡਿਜ਼ੀਜ਼ਸ ਨੇ ਉਹਨਾਂ ਦੀ ਗੱਲ ਕਰਾਂਗੇ। ਮਤਲਬ ਕਿ ਕੈਰੀਅਰ ਦੇ ਬੇਸ ਤੇ, ਵੈਕਟਰ ਦੇ ਬੇਸ ਤੇ ਕਿ ਕਿਹੜਾ ਡਿਜ਼ੀਜ਼ ਦਾ ਕਾਜ਼ਿੰਗ ਏਜੰਟ ਹੈਗਾ, ਉਸ ਬੇਸ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਡਿਜ਼ੀਜ਼ਸ ਨੇ। ਦੈਨ ਨੈਕਸਟ ਸਾਡਾ ਟੌਪਿਕ ਉਹ ਰਹੇਗਾ। ਦੈਨ बेटा ਅਸੀਂ ਪੜਾਂਗੇ ਸਾਡੇ ਇਮਿਊਨ ਸਿਸਟਮ ਬਾਰੇ ਕਿ ਸਾਡਾ ਇਮਿਊਨ ਸਿਸਟਮ ਕਿਹੋ ਜਿਹਾ ਹੈਗਾ, ਇਮਿਊਨਿਟੀ ਸਾਡੀ ਕਿਵੇਂ ਹੁੰਦੀ ਹੈ, ਇਮਿਊਨ ਸਿਸਟਮ ਦੇ ਕਿਹੜੇ ਡਿਸਆਰਡਰਸ ਹੈਗੇ ਨੇ, ਏਡਸ ਹੈ ਉਸ ਦੇ ਬਾਰੇ ਪੜਾਂਗੇ। ਦੈਨ बेटा ਕਿਉਂਕਿ ਅਸੀਂ ਹਿਊਮਨ ਹੈਲਥ ਚੈਪਟਰ ਪੜ੍ਹ ਰਹੇ ਹਾਂ ਤਾਂ ਹਿਊਮਨ ਹੈਲਥ ਦੇ ਵਿੱਚ ਇਮਿਊਨ ਸਿਸਟਮ ਬਾਰੇ ਪੜ੍ਹਨ ਤੋਂ ਬਾਅਦ ਦੇ ਵਿੱਚ ਸਾਡੀ ਨੈਕਸਟ ਜਿਹੜੀ ਗੱਲ ਹੋਏਗੀ ਉਹ ਵੈਕਸੀਨੇਸ਼ਨ ਬਾਰੇ ਹੋਏਗੀ ਕਿ ਵੈਕਸੀਨਸ ਜਿਹੜੀਆਂ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਆ ਰਹੀਆਂ, ਜਿਵੇਂ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਲੱਗ-ਅਲੱਗ ਕੰਟਰੀਜ਼ ਇੱਕ ਰੇਸ ਦੇ ਵਿੱਚ ਲੱਗੀਆਂ ਹੋਈਆਂ ਨੇ ਕੋਵਿਡ-19 ਦੀ ਵੈਕਸੀਨ ਬਣਾਉਣ ਦੇ ਵਿੱਚ। ਤਾਂ ਵੈਕਸੀਨ ਬੇਸਿਕਲੀ ਹੈ ਕਿ ਵੈਕਸੀਨ ਦਾ ਕਨਸੈਪਟ ਕੀ ਹੈ, ਕਿਵੇਂ ਵੈਕਸੀਨ ਕੰਮ ਕਰਦੀ ਹੈ ਜਾਂ ਕਿਵੇਂ ਸਾਨੂੰ ਬਿਮਾਰੀ ਲੱਗਣ ਤੋਂ ਬਚਾਉਂਦੀ ਹੈ, ਉਹ ਸਭ ਅਸੀਂ ਵੈਕਸੀਨੇਸ਼ਨ ਦੇ ਵਿੱਚ ਪੜਾਂਗੇ। ਇਸ ਤੋਂ ਬਾਅਦ ਦੇ ਵਿੱਚ बेटा ਅਸੀਂ ਹਿਊਮਨ ਹੈਲਥ ਦੇ ਨਾਲ ਰਿਲੇਟਡ ਹੀ ਟੌਪਿਕ ਜਿਹੜਾ ਇਸ ਚੈਪਟਰ ਦਾ ਬਣਦਾ ਹੈ ਉਹ ਹੈਗਾ ਕੁਝ ਕੁ ਡਰੱਗਸ ਬਾਰੇ, ਅਲਕੋਹਲ ਬਾਰੇ, ਡਰੱਗ ਅਬਿਊਜ਼ ਬਾਰੇ। ਇਸ ਤਰ੍ਹਾਂ ਦਾ बेटा ਜਿਹੜੇ ਆਪਣੇ ਕੋਲੇ ਕੁਝ ਨਸ਼ੇ ਹੈਗੇ ਨੇ ਉਹਨਾਂ ਦੀ ਵੀ ਅਸੀਂ ਗੱਲ ਇਸ ਚੈਪਟਰ ਦੇ ਵਿੱਚ ਕਰਾਂਗੇ। ਸੋ ਓਵਰਆਲ ਜੇ ਦੇਖਿਆ ਜਾਵੇ बेटा ਤਾਂ ਸਾਡਾ ਅੱਜ ਦਾ ਜਿਹੜਾ ਚੈਪਟਰ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਇਹ ਆਮ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਚੈਪਟਰ ਹੈ। ਆਮ ਜਿਹੜਾ ਸਾਡਾ ਸੰਸਾਰ ਵਰਡ ਹੈਗਾ ਜਿਹਦੇ ਵਿੱਚ ਅੱਜ ਕੱਲ੍ਹ ਅਸੀਂ ਦੇਖੋ ਅੱਜ ਅਸੀਂ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਹਾਂ ਤਾਂ ਅਕਸਰ ਸਾਨੂੰ ਬਿਮਾਰੀਆਂ ਲੱਗਦੀਆਂ ਰਹਿੰਦੀਆਂ ਨੇ, ਤਾਂ ਇਹਨਾਂ ਡਿਜ਼ੀਜ਼ ਦੀ ਨੌਲੇਜ ਹੋਣੀ ਕਿੰਨੀ ਜ਼ਿਆਦਾ ਜ਼ਰੂਰੀ ਹੈ। ਅਸੀਂ ਇੱਕ ਬਾਇਓਲੋਜੀ ਦੇ ਸਟੂਡੈਂਟ ਹੈ
ਤੇ ਬਾਇਓਲੋਜੀ ਦੇ ਸਟੂਡੈਂਟ ਹੋਣ ਦੇ ਨਾਤੇ ਇੰਨਾ ਤਾਂ ਸਾਨੂੰ ਆਉਣਾ ਹੀ ਚਾਹੀਦਾ ਨਾ ਕਿ ਜਿਹੜੀਆਂ ਅੱਜ ਕੱਲ੍ਹ ਬਿਮਾਰੀਆਂ ਫੈਲ ਰਹੀਆਂ ਇਹਨਾਂ ਸਾਰੀਆਂ ਬਿਮਾਰੀਆਂ ਦਾ ਸਾਨੂੰ ਬੇਸਿਕ ਕਨਸੈਪਟ ਤਾਂ ਪਤਾ ਹੋਵੇ ਕਿ ਵਾਇਰਸ ਕਿਵੇਂ ਡਿਜ਼ੀਜ਼ ਸਪਰੈਡ ਕਰਦਾ ਹੈ ਜਾਂ ਵੈਕਸੀਨ ਕਿਵੇਂ ਕੰਮ ਕਰੂਗੀ, ਵਾਇਰਸ ਤੋਂ ਸਾਨੂੰ ਕਿਵੇਂ ਬਚਾਊਗੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਬੇਟਾ ਨੌਲੇਜ ਹੋਣੀ ਜ਼ਰੂਰੀ ਹੈ। ਇਸ ਕਰਕੇ ਇਹ ਚੈਪਟਰ ਬਹੁਤ ਜ਼ਿਆਦਾ ਇੰਟਰਸਟਿੰਗ ਰਹਿਣ ਵਾਲਾ ਚੈਪਟਰ ਹੈ, ਆਮ ਜ਼ਿੰਦਗੀ 'ਚ ਕੰਮ ਆਉਣ ਵਾਲਾ ਚੈਪਟਰ ਹੈ। ਸੋ ਸਾਰੇ ਸਟੂਡੈਂਟਸ ਨੇ ਬੇਟਾ ਇਸ ਚੈਪਟਰ ਨੂੰ ਬਹੁਤ ਹੀ ਧਿਆਨ ਦੇ ਨਾਲ ਸਮਝਣਾ ਹੈ। ਤਾਂ ਹੁਣ ਬੇਟਾ ਚੈਪਟਰ ਸਟਾਰਟ ਕਰਨ ਤੋਂ ਪਹਿਲਾਂ, ਕਿਉਂਕਿ ਸਾਡਾ ਪਹਿਲਾ ਦਿਨ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੈਪਟਰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਸਾਡੇ ਲਈ ਕਿੰਨਾ ਕੁ ਇੰਪੋਰਟੈਂਟ ਰਹਿਣ ਵਾਲਾ ਹੈ, ਕਿਉਂਕਿ ਅਸੀਂ ਐਗਜ਼ਾਮ ਵੀ ਤਾਂ ਦੇਣੇ ਆ ਨਾ। ਨੌਲੇਜ ਅਸੀਂ ਕਲੈਕਟ ਕਰ ਰਹੇ ਹਾਂ, ਮਲਟੀਪਲ ਚੋਇਸ ਕੁਐਸਚਨਸ ਅਸੀਂ ਸੋਲਵ ਕਰ ਰਹੇ ਹਾਂ, ਪੰਜਾਬ ਅਚੀਵਮੈਂਟ ਸਰਵੇ ਹੋ ਰਿਹਾ ਹੈ, ਨੈਸ਼ਨਲ ਅਚੀਵਮੈਂਟ ਸਰਵੇ ਹੋ ਰਿਹਾ, ਉਹਦੇ ਕੁਐਸਚਨਸ ਤੁਹਾਨੂੰ ਮੈਂ ਸੈਪਰੇਟਲੀ ਦੇ ਰਿਹਾ, ਮਲਟੀਪਲ ਚੋਇਸ ਕੁਐਸਚਨਸ ਤੁਹਾਨੂੰ ਅਲੱਗ ਤੋਂ ਦੇ ਰਹੇ ਤਾਂ ਕਿ ਤੁਸੀਂ ਆਪਣੇ ਨੀਟ ਦੀ ਤਿਆਰੀ ਵੀ ਕਰ ਸਕੋ। ਬਟ ਬੇਟਾ ਫਿਰ ਵੀ ਕਿਉਂਕਿ ਅਸੀਂ ਆਪਣੀ ਇੱਕ ਫਾਈਨਲ ਐਗਜ਼ਾਮੀਨੇਸ਼ਨ ਦੇਣੀ ਹੁੰਦੀ ਹੈ, ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜੋ ਸਿਲੇਬਸ ਹੈਗਾ ਬੇਟਾ, ਉਹਦੇ ਅਕੋਰਡਿੰਗਲੀ ਐਗਜ਼ਾਮਸ ਦੇ ਵਿੱਚ ਸਾਡੇ ਲਈ ਕਿੰਨਾ ਕੁ ਇੰਪੋਰਟੈਂਟ ਹੈ। ਤਾਂ ਇਸ ਚੈਪਟਰ ਦੇ ਵਿੱਚੋਂ ਬੇਟਾ ਸਾਨੂੰ ਐਗਜ਼ਾਮਸ ਦੇ ਵਿੱਚ 3 ਕੁਐਸਚਨ ਮਿਲਣਗੇ। 1 ਨੰਬਰ ਦਾ 1 ਕੁਐਸਚਨ, 2 ਨੰਬਰ ਦਾ 1 ਕੁਐਸਚਨ ਤੇ 3 ਨੰਬਰ ਦਾ 1 ਕੁਐਸਚਨ। ਕੁੱਲ ਮਿਲਾ ਕੇ 6 ਨੰਬਰ ਦਾ ਸਾਡੇ ਵਾਸਤੇ ਚੈਪਟਰ ਹੈ। 6 ਨੰਬਰ ਥੋੜੇ ਨਹੀਂ ਹੁੰਦੇ, ਬਹੁਤ ਜ਼ਿਆਦਾ ਹੁੰਦੇ, ਸੋ ਛੋਟਾ ਚੈਪਟਰ ਨਹੀਂ ਹੈਗਾ। ਬਟ ਨਾਲ ਦੀ ਨਾਲ ਇਹ ਗੱਲ ਜ਼ਰੂਰ ਕਲੀਅਰ ਹੋਗੀ ਕਿ ਵੱਡਾ ਕੁਐਸਚਨ ਨਹੀਂ ਆਊਗਾ ਬਹੁਤਾ ਐਕਸਪਲੇਨੇਟਰੀ, ਕਿਉਂਕਿ 5 ਨੰਬਰ ਦਾ ਕੋਈ ਕੁਐਸਚਨ ਨਹੀਂ ਆ ਰਿਹਾ ਇਹਦੇ ਵਿੱਚੋਂ, 1 ਦਾ 2 ਜਾਂ 3 ਦਾ ਆ ਰਿਹਾ। ਤੇ 3 ਨੰਬਰ ਵਾਲੇ ਕੁਐਸਚਨ ਦੀ ਖਾਸੀਅਤ ਇਹ ਹੈ ਕਿ ਦਿਸ ਕੁਐਸਚਨ ਵਿਲ ਬੀ ਡਾਇਗ੍ਰਾਮੈਟਿਕ ਕੁਐਸਚਨ। ਸਾਡੇ ਬਲੂਪ੍ਰਿੰਟ ਦੇ ਵਿੱਚ ਪਹਿਲੀ ਇਹ ਗੱਲ ਲਿਖ ਦਿੱਤੀ ਗਈ ਹੈ ਕਿ ਇਹ ਕੁਐਸਚਨ ਡਾਇਗ੍ਰਾਮ ਵਾਲਾ ਕੁਐਸਚਨ ਹੋਊਗਾ। ਸੋ ਇਸ ਚੈਪਟਰ ਦੇ ਵਿੱਚੋਂ ਜਿੰਨੀਆਂ ਵੀ ਡਾਇਗ੍ਰਾਮਸ ਨੇ ਕੋਈ ਨਹੀਂ ਛੱਡਣੀ, ਸਾਰੀਆਂ ਡਾਇਗ੍ਰਾਮਸ ਨੂੰ ਧਿਆਨ ਨਾਲ ਕਰਨਾ ਹੈ। ਪਿਛਲੇ ਸਾਲਾਂ 'ਚ ਕਿਹੋ ਜਿਹੇ ਡਾਇਗ੍ਰਾਮੈਟਿਕ ਕੁਐਸਚਨਸ ਆਏ ਨੇ ਉਹ ਤੁਹਾਨੂੰ ਟੈਕਸਟ ਪੜਾਉਂਦਾ ਮੈਂ ਨਾਲ ਦੱਸਦਾ ਰਹੂੰਗਾ। ਸੋ ਬੇਟਾ ਹੁਣ ਆਪਾਂ ਸਟਾਰਟ ਕਰ ਰਹੇ ਹਾਂ ਸਾਡਾ ਅੱਜ ਦਾ ਚੈਪਟਰ ਹਿਊਮਨ ਹੈਲਥ ਐਂਡ ਡਿਜ਼ੀਜ਼। ਪਿਆਰੇ ਵਿਦਿਆਰਥੀਓ, ਸੋ ਸਟਾਰਟ ਕਰ ਰਹੇ ਹਾਂ ਸਾਡਾ ਅੱਜ ਦਾ ਚੈਪਟਰ ਹਿਊਮਨ ਹੈਲਥ ਐਂਡ ਡਿਜ਼ੀਜ਼। ਚੈਪਟਰ ਨੂੰ ਬੇਟਾ ਸਟਾਰਟ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਹੈਲਥ ਦਾ ਕੀ ਮਤਲਬ ਹੈ। ਅਸੀਂ ਇਹੀ ਗੱਲ ਕਹਿੰਦੇ ਹਾਂ ਕਿ ਕੋਈ ਕਿਸੇ ਬੰਦੇ ਨੂੰ ਦੇਖ ਕੇ ਕਹਿ ਦਿੰਦੇ ਆ ਉਹਦੀ ਅੱਛੀ ਫਿਜ਼ੀਕ ਹੋਣ ਦੇ ਨਾਤੇ, ਵਧੀਆ ਬਾਡੀ ਹੁੰਦੀ, ਅਸੀਂ ਕਹਿ ਦਿੰਦੇ ਹਾਂ ਕਿ ਇਹ ਬੜਾ ਹੈਲਦੀ ਪਰਸਨ ਹੈ। ਬਟ ਅਸਲ ਦੇ ਵਿੱਚ WHO ਦੇ ਅਕੋਰਡਿੰਗਲੀ, WHO ਅੱਜ ਕੱਲ੍ਹ ਬੜੀ ਚਰਚਾ 'ਚ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ COVID-19 ਕਰਕੇ, ਸੋ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਸਾਡੀ ਹੈਲਥ ਦੇ ਨਾਲ ਰਿਲੇਟਡ ਇਸ਼ੂਜ਼ ਨੂੰ ਡੀਲ ਕਰਦੀ ਹੈ। ਤਾਂ ਬੇਟਾ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਕੋਰਡਿੰਗਲੀ ਹੈਲਥ ਕੀ ਹੈ? ਹੈਲਥ ਇਜ਼ ਦਾ ਸਟੇਟ ਆਫ ਕੰਪਲੀਟ ਫਿਜ਼ੀਕਲ, ਮੈਂਟਲ ਐਂਡ ਸੋਸ਼ਲ ਵੈਲਬੀਇੰਗ। ਜੇ ਕੋਈ ਪਰਸਨ ਫਿਜ਼ੀਕਲੀ ਬਹੁਤ ਫਿੱਟ ਹੈ, ਜੇ ਮੈਂ ਕਹਿ ਕਿ ਬਾਡੀ ਜਿਹੜੀ ਕਿਸੇ ਪਰਸਨ ਦੀ ਸਾਨੂੰ ਵਧੀਆ ਲੱਗਦੀ ਹੈ, ਫਿਜ਼ੀਕਲੀ ਫਿੱਟ ਹੈਗਾ, ਤਾਂ ਬੇਟਾ ਅਸੀਂ ਕਹਿ ਦਿੰਦੇ ਕਿ ਉਹ ਹੈਲਦੀ ਪਰਸਨ ਹੈ। ਬਟ ਨਾਲ ਉਸ ਦੇ ਜਿਹੜੇ ਮੈਂਟਲ ਐਸਪੈਕਟ ਵੀ ਦੇਖੇ ਜਾਣਗੇ ਕਿ ਕੋਈ ਪਰਸਨ ਦੇਖਣ ਤੋਂ ਬਹੁਤ ਵਧੀਆ ਲੱਗਦਾ ਹੈ, ਫਿੱਟ ਹੈ, ਫਿਜ਼ੀਕਲੀ ਉਹਨੂੰ ਕੋਈ ਡਿਜ਼ੀਜ਼ ਸਾਨੂੰ ਇਹ ਲੱਗਦਾ ਕਿ ਨਹੀਂ ਹੈਗੀ। ਬਟ ਜੇ ਉਹ ਮੈਂਟਲੀ ਫਿੱਟ ਨਹੀਂ ਹੈ, ਮੈਂਟਲੀ ਇਲ ਹੈਗਾ, ਤਾਂ ਅਸੀਂ ਉਸ ਪਰਸਨ ਨੂੰ ਹੈਲਦੀ ਪਰਸਨ ਨਹੀਂ ਕਹਿ ਸਕਦੇ। ਐਂਡ ਦੈਨ ਉਸਦਾ ਸਮਾਜਿਕ ਵਰਤਾਓ ਵੀ ਵਧੀਆ ਹੋਣਾ ਚਾਹੀਦਾ ਹੈ। ਸੋ ਇਹ ਵੀ ਹੈਲਥ ਦੇ ਵਿੱਚ ਕਵਰ ਹੁੰਦਾ ਹੈ ਕਿ ਜੇ ਕੋਈ ਪਰਸਨ ਵੈਸੇ ਹੀ ਆਂਢ ਗੁਆਂਢ 'ਚ ਲੜਦਾ ਹੀ ਰਹਿੰਦਾ ਹੈ, ਉਹ ਜਿਹੜਾ ਹੈਗਾ ਸੋਸ਼ਲੀ ਉਹ ਐਕਸੈਪਟੇਬਲ ਪਰਸਨੈਲਿਟੀ ਨਹੀਂ ਹੈਗਾ, ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਉਹ ਪਰਸਨ ਜਿਹੜਾ ਹੈਗਾ ਉਹ ਹੈਲਦੀ ਪਰਸਨ ਨਹੀਂ ਹੈਗਾ। ਸੋ ਹੈਲਥ ਦੇ ਲਈ ਬੇਟਾ ਕੰਪਲੀਟ ਵੈਲਬੀਇੰਗ ਹੋਣਾ ਚਾਹੀਦਾ ਪਰਸਨ ਦਾ। ਉਹਦੇ ਲਈ ਫਿਜ਼ੀਕਲ, ਮੈਂਟਲ ਅਤੇ ਸੋਸ਼ਲ ਵੈਲਬੀਇੰਗ ਹੋਣਾ ਜ਼ਰੂਰੀ ਹੈ। ਇਹ ਨਹੀਂ ਹੈਗਾ ਕਿ ਨਾਟ ਮੀਅਰਲੀ ਦ ਐਬਸੈਂਸ ਆਫ ਡਿਜ਼ੀਜ਼, ਕਿ ਜੇ ਕਿਸੇ ਪਰਸਨ ਨੂੰ ਕੋਈ ਡਿਜ਼ੀਜ਼ ਨਹੀਂ ਹੈਗੀ ਅਸੀਂ ਕਹਿ ਦਈਏ ਵੀ ਉਹ ਹੈਲਦੀ ਹੈ। ਨਹੀਂ, ਇਸ ਤਰੀਕੇ ਨਾਲ ਨਹੀਂ ਹੈਗਾ। ਉਸ ਦਾ ਫਿਜ਼ੀਕਲ, ਮੈਂਟਲ ਅਤੇ ਸੋਸ਼ਲ ਵੈਲਬੀਇੰਗ ਜਿਹੜਾ ਹੈਗਾ ਬੇਟਾ ਉਹ ਵਧੀਆ ਹੋਣਾ ਚਾਹੀਦਾ ਹੈ। ਦੈਨ ਇਸ ਹੈਲਥ ਨੂੰ ਇਫੈਕਟ ਕਰਨ ਦੇ ਲਈ ਬਹੁਤ ਸਾਰੇ ਫੈਕਟਰਸ ਨੇ, ਜਿਵੇਂ ਜੈਨੇਟਿਕ ਡਿਸਆਰਡਰਸ ਹੋ ਸਕਦੇ। ਇਹ ਨਹੀਂ ਹੈਗਾ ਕਿ ਕੋਈ ਪਰਸਨ ਆਪਣੀ ਲਾਈਫ ਬਹੁਤ ਵਧੀਆ ਰਹਿ ਰਿਹਾ ਹੈ, ਉਹਦਾ ਖਾਣਾ ਪੀਣਾ ਅੱਛਾ ਹੈਗਾ, ਉਹਦੀ ਅੱਛੀ ਡਾਈਟ ਹੈਗੀ ਹੈ, ਵਧੀਆ ਐਕਸਰਸਾਈਜ਼ ਕਰਦਾ, ਕਿ ਉਹ ਬਿਮਾਰ ਨਹੀਂ ਹੋ ਸਕਦਾ। ਇਹ ਵੀ ਤਾਂ ਹੋ ਸਕਦਾ ਕਿ ਉਹਨੂੰ ਕੋਈ ਇਹੋ ਜਿਹੀ ਬਿਮਾਰੀ ਹੋਵੇ ਜਿਹੜੀ ਉਹ ਪਿਛਲੀ ਪੀੜ੍ਹੀ ਤੋਂ ਲੈ ਕੇ ਆਇਆ ਹੋਵੇ, ਆਪਣੇ ਪੇਰੈਂਟਸ ਤੋਂ ਲੈ ਕੇ ਆਇਆ ਹੋਵੇ, ਉਹਦੇ ਜੀਨਸ ਦੇ ਵਿੱਚ ਹੀ ਉਸ ਡਿਜ਼ੀਜ਼ ਦਾ ਜਿਹੜਾ ਹੈਗਾ ਕਾਜ਼ਿੰਗ ਏਜੰਟ ਹੋਵੇ। ਇਹਦਾ ਮਤਲਬ ਬੇਟਾ ਜੈਨੇਟਿਕ ਡਿਸਆਰਡਰਸ ਵੀ ਤਾਂ ਹੋ ਸਕਦੇ ਨੇ। ਦੈਨ ਦਿਸ ਮੇ ਬੀ ਇਨਫੈਕਸ਼ਨ, ਜਿਵੇਂ ਬਾਹਰੋਂ ਕਿਤੋਂ ਵੀ ਇਨਫੈਕਸ਼ਨ ਆ ਜਾਂਦੀ ਹੈ, ਕੋਈ ਵਾਇਰਸ ਦੀ ਇਨਫੈਕਸ਼ਨ ਆ ਜਾਂਦੀ ਹੈ। ਅੱਜ ਕੱਲ੍ਹ ਕੋਵਿਡ ਦੀ ਵੈਕਸੀਨ ਆ ਰਹੀ ਹੈ, ਕੋਵਿਡ ਦੀ ਜਿਹੜੀ ਇਨਫੈਕਸ਼ਨ ਆ ਰਹੀ ਹੈ ਬੇਟਾ, ਕਰੋਨਾ ਵਾਇਰਸ ਹੈਗਾ, ਉਹ ਸਾਨੂੰ ਇਨਫੈਕਟ ਕਰ ਰਿਹਾ। ਅਸੀਂ ਕਿਸੇ ਵੀ ਡਿਜ਼ੀਜ਼ਡ ਪਰਸਨ ਨੂੰ ਜਦੋਂ ਮਿਲਦੇ ਹਾਂ, ਜੇ ਸਾਡੇ ਕੰਟੈਕਟ 'ਚ ਆ ਜਾਂਦਾ ਹੈ, ਤਾਂ ਉਹਦੇ ਤੋਂ ਵਾਇਰਸ ਸਾਡੇ ਤੱਕ ਪਹੁੰਚ ਜਾਂਦਾ ਹੈ। ਇਨਫੈਕਸ਼ਨ ਨਾਲ ਵੀ ਤਾਂ ਹੋ ਸਕਦਾ। ਦੈਨ ਚੇਂਜ ਇਨ ਦਾ ਲਾਈਫ ਸਟਾਈਲ ਇਹ ਹੈ ਕਿ ਜੇ ਅਸੀਂ ਆਪਣਾ ਲਾਈਫ ਸਟਾਈਲ ਬੇਟਾ ਬਹੁਤ ਜ਼ਿਆਦਾ ਸਲਗਿਸ਼ ਕਰ ਲਈਏ, ਅਸੀਂ ਆਪਣੀਆਂ ਫੂਡ ਹੈਬਿਟਸ ਇਹੋ ਜਿਹੀਆਂ ਕਰ ਲਈਏ ਕਿ ਅਸੀਂ ਫਾਸਟ ਫੂਡ ਖਾਣਾ ਸ਼ੁਰੂ ਕਰ ਦਈਏ,
ਅਸੀਂ ਪਾਣੀ ਸਾਫ਼ ਨਾ ਪੀਂਦੇ ਹੋਈਏ ਜਾਂ ਲੋੜ ਤੋਂ ਘੱਟ ਪਾਣੀ ਪੀ ਰਹੇ ਹਾਂ, ਰੈਸਟ ਬਾਡੀ ਨੂੰ ਪ੍ਰੋਪਰਲੀ ਨਹੀਂ ਮਿਲ ਰਹੀ ਜਾਂ ਬਾਡੀ ਬਹੁਤ ਜ਼ਿਆਦਾ ਰੈਸਟ 'ਤੇ ਹੈ, ਐਕਸਰਸਾਈਜ਼ ਅਸੀਂ ਨਹੀਂ ਕਰ ਰਹੇ, ਸਾਡੀਆਂ ਵਧੀਆ ਹੈਬਿਟਸ ਨਹੀਂ ਹੈਗੀਆਂ, ਤਾਂ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਵੀ ਬੇਟਾ ਸਾਨੂੰ ਕੋਈ ਨਾ ਕੋਈ ਡਿਜ਼ੀਜ਼ ਹੋ ਸਕਦੀ ਹੈ। ਸੋ ਇਹ ਸਭ ਕੁਝ ਬੇਟਾ ਜਿਹੜਾ ਹੈਗਾ ਡਿਜ਼ੀਜ਼ ਦੇ ਨਾਲ ਰਿਲੇਟਡ ਹੈ, ਹੈਲਥ ਦੇ ਨਾਲ ਰਿਲੇਟਡ ਹੈ। ਸੋ ਫਿਜ਼ੀਕਲ, ਸੋਸ਼ਲ ਇਨਵਾਇਰਮੈਂਟ ਅੱਛਾ ਹੋਵੇ, ਸੋ ਉਸ ਦਾ ਜਿਹੜਾ ਹੈਗਾ ਸਪਿਰਿਚੁਅਲੀ ਸਟਰੋਂਗ ਹੋਵੇ, ਇੰਟੈਲੈਕਚੁਅਲ ਹੋਵੇ, ਜਿਹੜਾ ਬੇਟਾ ਇਮੋਸ਼ਨਲੀ ਸਟਰੋਂਗ ਹੋਵੇ, ਆਹ ਸਾਰੇ ਐਸਪੈਕਟਸ ਜਦੋਂ ਅਸੀਂ ਵੇਖਾਂਗੇ ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਪਰਸਨ ਜਿਹੜਾ ਹੈਗਾ ਬੇਟਾ ਕੀ ਆ ਉਹ ਹੈਲਦੀ ਪਰਸਨ ਹੈ। ਹੁਣ ਬੇਟਾ ਅਸੀਂ ਗੱਲ ਕਰਦੇ ਹਾਂ ਕਿ ਜੇ ਅਸੀਂ ਆਮ ਅਸੀਂ ਗੱਲ ਕਰਦੇ ਹਾਂ ਕਿ ਹੈਲਦੀ ਬਾਡੀ ਰਿਜ਼ਾਈਡਸ ਇਨ ਹੈਲਦੀ ਮਾਈਂਡ, ਤਾਂ ਇਹ ਕੀ ਹੈ ਕਿ ਜੇ ਅਸੀਂ ਮਾਈਂਡ ਤੋਂ ਖੁਸ਼ ਹੈ, ਦਿਮਾਗ ਤੋਂ ਖੁਸ਼ ਹੈ, ਤਾਂ ਅਸੀਂ ਇੱਕ ਵਧੀਆ ਹੈਪੀ ਲਾਈਫ ਬੇਟਾ ਜਿਹੜੀ ਹੈਗੀ ਉਹ ਜਿਉ ਸਕਦੇ ਹਾਂ। ਜਿਵੇਂ ਇੱਥੇ ਦਿਖਾਇਆ ਹੋਇਆ ਕਿ ਪਰਸਨ ਬੜਾ ਹੈਪੀ ਹੈਗਾ, ਇਹਦੀ ਬਾਡੀ ਵੀ ਫਿੱਟ ਹੈ ਅਤੇ ਇਹਦਾ ਮਾਈਂਡ ਵੀ ਫਿੱਟ ਹੈਗਾ, ਅਤੇ ਇੱਕ ਵਧੀਆ ਲਾਈਫ ਜਿਉ ਰਿਹਾ। ਇਹਦਾ ਰੀਜ਼ਨ ਕੀ ਹੈ, ਕਿਉਂ ਇਹ ਗੱਲ ਕਹੀ ਜਾਂਦੀ ਹੈ? ਅਸਲ ਦੇ ਵਿੱਚ ਬੇਟਾ ਕੀ ਹੈ ਕਿ ਜਿਹੜਾ ਸਾਡਾ ਬ੍ਰੇਨ ਹੈ ਨਾ, ਉਹਦੇ ਵਿੱਚ ਹੀ ਦੇਖੋ ਉਹਦਾ ਨਿਊਰਲ ਕੰਟਰੋਲ ਹੈ ਸਾਡੀ ਪੂਰੀ ਬਾਡੀ ਦੇ ਉੱਤੇ, ਐਜ਼ ਵੈਲ ਐਜ਼ ਉਹਦਾ ਐਂਡੋਕਰਾਈਨ ਕੰਟਰੋਲ ਵੀ ਹੈਗਾ। ਜਿਵੇਂ ਮਾਸਟਰਸ ਗ੍ਰੰਥੀ ਹੈਗੀ ਹੈ ਜਿਹੜੀ ਪਿਚੂਟਰੀ ਗਲੈਂਡ, ਉਹ ਵੀ ਬ੍ਰੇਨ ਦੇ ਵਿੱਚ ਪ੍ਰੈਜ਼ੈਂਟ ਹੈ। ਤਾਂ ਨਿਊਰਲ ਅਤੇ ਐਂਡੋਕਰਾਈਨ ਕੰਟਰੋਲ ਮਾਈਂਡ ਦਾ ਸਾਰੀ ਬਾਡੀ ਦੇ ਉੱਤੇ ਹੈਗਾ। ਜੇ ਬਾਡੀ ਦਾ ਮਾਈਂਡ ਹੀ ਸਟੇਬਲ ਨਹੀਂ ਹੋਊ ਤਾਂ ਉਹਦਾ ਨਿਊਰਲ ਕੰਟਰੋਲ ਬਾਡੀ 'ਤੇ ਸਹੀ ਨਹੀਂ ਹੋਊਗਾ। ਇਹ ਵੀ ਹੋ ਸਕਦਾ ਕਿ ਪ੍ਰੋਪਰ ਹਾਰਮੋਨਸ ਸਕਰੀਟ ਨਾ ਕਰੇ, ਜਿਹਦੇ ਕਰਕੇ ਪਰਸਨ ਨੂੰ ਕੋਈ ਨਾ ਕੋਈ ਡਿਜ਼ੀਜ਼ ਹੋ ਸਕਦੀ ਹੈ। ਇਸੇ ਕਰਕੇ ਤਾਂ ਕਹਿੰਦੇ ਕਿ ਸਾਨੂੰ ਜਿਹੜਾ ਹੈਗਾ ਖੁਸ਼ ਰਹਿਣਾ ਚਾਹੀਦਾ, ਖੁਸ਼ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ। ਅਕਸਰ ਤੁਸੀਂ ਦੇਖੋ ਬੇਟਾ ਘਰੇ ਜਦੋਂ ਤੁਸੀਂ ਖਾਣਾ ਵਗੈਰਾ ਖਾਂਦੇ ਹੋ ਤਾਂ ਪੇਰੈਂਟਸ ਤੁਹਾਨੂੰ ਇਹ ਵੀ ਕਹਿੰਦੇ ਹੋਣਗੇ ਕਿ ਖਾਣੇ 'ਤੇ ਧਿਆਨ ਦਿਓ, ਨਾਲ ਨਾਲ ਮੋਬਾਇਲ 'ਤੇ ਜਾਂ TV 'ਤੇ ਧਿਆਨ ਨਾ ਦਿਓ। ਉਹਦਾ ਰੀਜ਼ਨ ਕੀ ਹੈ, ਉਹ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਸਾਡਾ ਮਾਈਂਡ ਇੱਕ ਟਾਈਮ ਦੇ ਉੱਤੇ ਇੱਕ ਕੰਮ ਦੇ ਵਿੱਚ ਬਿਜ਼ੀ ਹੈ। ਇੱਕ ਪਾਸੇ ਤਾਂ ਅਸੀਂ ਫੂਡ ਖਾ ਰਹੇ ਹਾਂ, ਉਹਨੂੰ ਡਾਈਜੈਸਟ ਕਰਨ ਦੇ ਲਈ ਸਾਨੂੰ ਪ੍ਰੋਪਰ ਹਾਰਮੋਨਸ ਵੀ ਤਾਂ ਚਾਹੀਦੇ ਹੈ। ਤਾਂ ਉਹ ਜਿਹੜੇ ਹਾਰਮੋਨਸ ਨੇ, ਜਿਹੜੇ ਇੰਜ਼ਾਈਮਸ ਨੇ, ਉਹ ਬਾਡੀ ਨੇ ਹੀ ਪ੍ਰੋਡਿਊਸ ਕਰਨੇ ਹੈ। ਤਾਂ ਉਹਦਾ ਅਲਟੀਮੇਟ ਕੰਟਰੋਲ ਕਿਹਦੇ ਕੋਲ ਹੈ ਬੇਟਾ? ਉਹ ਮਾਈਂਡ ਕੋਲ ਹੀ ਉਹਦਾ ਅਲਟੀਮੇਟ ਕੰਟਰੋਲ ਹੈ। ਜੇ ਮਾਈਂਡ ਨੂੰ ਅਸੀਂ ਕਿਸੇ ਹੋਰ ਪਾਸੇ ਬਿਜ਼ੀ ਰੱਖ ਲਿਆ ਤਾਂ ਫਿਰ ਉਹ ਪ੍ਰੋਪਰ ਹਾਰਮੋਨ ਸਕ੍ਰੀਟ ਨਹੀਂ ਕਰੂਗਾ ਅਤੇ ਸਾਡਾ ਫੂਡ ਜਿਹੜਾ ਪ੍ਰੋਪਰਲੀ ਡਾਈਜੈਸਟ ਨਹੀਂ ਹੋਣਾ ਅਤੇ ਸਾਨੂੰ ਕੋਈ ਡਿਜ਼ੀਜ਼ ਵੀ ਹੋ ਸਕਦੀ ਹੈ। ਇਹਦਾ ਮਤਲਬ ਬੇਟਾ ਕਿ ਜ਼ਰੂਰੀ ਨਹੀਂ ਹੈ ਕਿ ਫਿਜ਼ੀਕਲੀ ਫਿੱਟ ਹੋਣਾ, ਨਾਲ ਨਾਲ ਹੈਲਦੀ ਮਾਈਂਡ ਵੀ ਹੋਣਾ ਜ਼ਰੂਰੀ ਹੈ। ਫਿਰ ਹੀ ਕੋਈ ਪਰਸਨ ਜਿਹੜਾ ਹੈਗਾ ਬੇਟਾ ਕੀ ਹੈ ਉਹ ਦੈਟ ਹੀ ਔਰ ਸ਼ੀ ਵਿਲ ਬੀ ਫਰੀ ਫਰੋਮ ਡਿਜ਼ੀਜ਼। ਸੋ ਇਹ ਬੇਟਾ ਆਪਣੇ ਕੋਲੇ ਕਨਸੈਪਟ ਆ ਜਾਂਦਾ ਹੈ ਕਿ ਹੈਲਦੀ ਮਾਈਂਡ ਅਤੇ ਹੈਲਦੀ ਬਾਡੀ ਦਾ। ਇਸ ਤੋਂ ਬਾਅਦ ਬੇਟਾ ਅਸੀਂ ਗੱਲ ਕਰਦੇ ਹਾਂ ਡਿਜ਼ੀਜ਼ ਦੀ। ਡਿਜ਼ੀਜ਼ ਕੀ ਹੈ? ਬਿਮਾਰੀ ਕੀ ਹੈ? ਸੋ ਜੇ ਸਾਡੀ ਬਾਡੀ ਦੇ ਵਿੱਚ ਬੇਟਾ ਕੋਈ ਵੀ ਫਿਜ਼ੀਕਲੀ ਜਾਂ ਫੰਕਸ਼ਨਲੀ ਚੇਂਜ ਆਉਂਦੀ ਹੈ ਫਰੋਮ ਦਾ ਨੋਰਮਲ ਸਟੇਟ, ਇੱਕ ਤਾਂ ਨੋਰਮਲ ਸਟੇਟ ਆ, ਤੁਸੀਂ ਨੋਰਮਲੀ ਕੰਮ ਕਰ ਰਹੇ ਹੋ। ਹੁਣ ਤੁਹਾਡੀ ਹਾਰਟ ਬੀਟ ਨੋਰਮਲੀ 72 ਹੈ, ਤੁਹਾਡਾ BP 80-120 ਦੇ ਨੇੜੇ ਰਹਿੰਦਾ, ਮਤਲਬ ਕਿ ਬਹੁਤ ਸਹੀ ਤਰੀਕੇ ਨਾਲ ਇੱਕ ਨੋਰਮਲ ਸਟੇਟ ਦੇ ਵਿੱਚ ਹੈਗਾ। ਤੁਸੀਂ ਕੋਈ ਫੂਡ ਲੈਂਦੇ ਹੋ, ਕਾਰਬੋਹਾਈਡਰੇਟਸ ਤੁਹਾਡੇ ਅੱਧੇ ਘੰਟੇ ਦੇ ਵਿੱਚ ਡਾਈਜੈਸਟ ਹੋ ਜਾਂਦੇ ਨੇ। ਸੋ ਦਿਸ ਇਜ਼ ਦਾ ਨੋਰਮਲ ਫੰਕਸ਼ਨਿੰਗ ਆਫ ਦਾ ਬਾਡੀ। ਜੇ ਇਸ ਨੋਰਮਲ ਫੰਕਸ਼ਨਿੰਗ ਤੋਂ ਇਲਾਵਾ ਕੋਈ ਹੋਰ ਚੀਜ਼ ਅਬਨੋਰਮਲੀ ਹੈਪਨ ਹੁੰਦੀ ਹੈ ਤੁਹਾਡੀ ਬਾਡੀ 'ਚ, ਤੁਸੀਂ ਫੂਡ ਨੂੰ ਡਾਈਜੈਸਟ ਕਰਨ 'ਚ ਜ਼ਿਆਦਾ ਟਾਈਮ ਲੈਣ ਲੱਗ ਗਏ, ਜਾਂ ਫੂਡ ਡਾਈਜੈਸਟ ਹੀ ਨਹੀਂ ਹੋ ਰਿਹਾ, ਜਾਂ ਨੋਰਮਲ ਹਾਰਟਬੀਟ 72 ਸੀ ਉਸ ਤੋਂ ਬਹੁਤ ਵੱਧ ਜਾ ਰਹੀ ਹੈ, ਉਸ ਤੋਂ ਘੱਟ ਜਾ ਰਹੀ ਹੈ, BP ਵੱਧ ਘੱਟ ਜਾ ਰਿਹਾ ਹੈ, ਇਹਦਾ ਮਤਲਬ ਕੀ ਹੈ? ਅਸੀਂ ਕਿ ਨੋਰਮਲ ਸਟੇਟ ਤੋਂ ਅਲੱਗ ਹੈਗੇ ਹਾਂ। ਜੇ ਅਸੀਂ ਨੋਰਮਲ ਸਟੇਟ ਤੋਂ ਅਲੱਗ ਹੈ, ਸਾਨੂੰ ਕੋਈ ਡਿਸਕੰਫਰਟ ਹੈ, ਸਾਨੂੰ ਕੋਈ ਡਿਸੇਬਿਲਿਟੀ ਹੈ, ਉਹਦੇ ਨਾਲ ਸਾਡੀ ਜਿਹੜੀ ਹੈਗੀ ਹੈ ਬੇਟਾ ਹੈਲਥ ਜੇ ਇੰਪੇਅਰ ਹੋ ਰਹੀ ਹੈ, ਤਾਂ ਅਸੀਂ ਉਸ ਚੀਜ਼ ਨੂੰ ਕੀ ਬੋਲਾਂਗੇ ਬੇਟਾ? ਡਿਜ਼ੀਜ਼ ਬੋਲਾਂਗੇ। ਜਿਹੜੀ ਇਹ ਡਿਜ਼ੀਜ਼ ਹੈ ਬੇਟਾ, ਇਹਦਾ ਮਤਲਬ ਇਹ ਕੀ ਹੋਗੀ? ਦਿਸ ਇਜ਼ ਦਾ ਮਾਲ ਫੰਕਸ਼ਨਿੰਗ ਆਫ ਦਾ ਬਾਡੀ। ਬਾਡੀ ਦੀ ਮਾਲ ਫੰਕਸ਼ਨਿੰਗ ਹੋਊਗੀ, ਬਾਡੀ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਹੁਣ ਇਹ ਡਿਜ਼ੀਜ਼ ਬੇਟਾ ਦੋ ਤਰ੍ਹਾਂ ਦੀਆਂ ਹੋਣਗੀਆਂ। ਇਹ ਡਿਜ਼ੀਜ਼ ਜਿਹੜੀ ਹੈ ਬੇਟਾ ਇਨਫੈਕਸ਼ੀਅਸ ਵੀ ਹੋ ਸਕਦੀ ਹੈ ਅਤੇ ਇਹ ਨਾਨ ਇਨਫੈਕਸ਼ੀਅਸ ਵੀ ਹੋ ਸਕਦੀ ਹੈ। ਮਤਲਬ ਕਿ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਇਹ ਸਪਰੈਡ ਵੀ ਹੋ ਸਕਦੀ ਹੈ, ਕਮਿਊਨੀਕੇਬਲ ਵੀ ਹੋ ਸਕਦੀ ਹੈ ਅਤੇ ਨਾਨ ਕਮਿਊਨੀਕੇਬਲ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਅੱਜ ਬੇਟਾ ਅਸੀਂ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਇੱਕ ਪਰਸਨ ਨੂੰ ਸਪੋਜ਼ COVID-19 ਹੈ, ਅਸੀਂ ਬੇਟਾ ਜਿਹੜਾ ਹੈਗਾ ਮਤਲਬ ਕਿ ਕਰੋਨਾ ਵਾਇਰਸ ਨਾਲ ਇਨਫੈਕਟਡ ਹੈ, ਅਸੀਂ ਉਹਦੇ ਨੇੜੇ ਗਏ, ਉਹਦੇ ਨਾਲ ਹੈਂਡਸ਼ੇਕ ਕੀਤਾ, ਉਸ ਨੂੰ ਹੱਗ ਕੀਤਾ, ਤਾਂ ਬੇਟਾ ਕੀ ਹੈ? ਕਿਸੇ ਵੀ ਤਰੀਕੇ ਨਾਲ ਉਸ ਦੇ ਜਿਹੜੇ ਜਾਂ ਉਸ ਨਾਲ ਫੂਡ ਸ਼ੇਅਰ ਕਰ ਲਿਆ, ਉਸ ਦੇ ਜਿਹੜੇ ਵਾਇਰਸ ਹੈਗੇ ਨੇ ਬੇਟਾ ਉਹ ਤੁਹਾਡੇ ਤੱਕ ਪਹੁੰਚ ਜਾਣਗੇ। ਇਹਦਾ ਮਤਲਬ ਉਹ ਇੱਕ ਹੈਲਦੀ ਪਰਸਨ ਤੋਂ, ਇੱਕ ਡਿਜ਼ੀਜ਼ਡ ਪਰਸਨ ਤੋਂ ਇੱਕ ਹੈਲਦੀ ਪਰਸਨ ਤੱਕ ਟਰਾਂਸਮਿਟ ਹੋ ਗਏ। ਤਾਂ ਇਹ ਸਾਰੀ ਜਿਹੜੀ ਡਿਜ਼ੀਜ਼ ਹੋ ਗਈ ਬੇਟਾ ਕੀ ਹੋ ਗਈ? ਇਹ ਇਨਫੈਕਸ਼ੀਅਸ ਡਿਜ਼ੀਜ਼ ਹੋ ਗਈ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਡਿਜ਼ੀਜ਼ਸ ਨੇ ਬੇਟਾ ਜਿਹੜੀਆਂ ਇਸ ਤਰੀਕੇ ਨਾਲ ਇਨਫੈਕਸ਼ੀਅਸ ਹੁੰਦੀਆਂ ਨੇ, ਜਿਹੜੀਆਂ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਸਪਰੈਡ ਹੋ ਜਾਂਦੀਆਂ ਨੇ। ਅਤੇ ਇਹਨਾਂ ਨੂੰ ਰੋਕਣ ਦੇ ਲਈ ਬੇਟਾ ਜਿਵੇਂ ਇੱਥੇ ਦੇਖੋ ਮਾਸਕ ਲਗਾਏ ਹੋਏ ਹੈ, ਤਾਂ ਕਿ ਜਿਹੜਾ ਹੈਗਾ ਉਹ ਏਅਰ ਦੇ ਥਰੂ ਜਿਹੜੇ ਹੈਗੇ ਨੇ ਵਾਇਰਸ ਜਾਂ ਬੈਕਟੀਰੀਆ ਸਪਰੈਡ ਨਾ ਹੋ ਸਕੇ। ਇਸੇ ਤਰ੍ਹਾਂ ਬੇਟਾ ਜਿਵੇਂ ਇਹ ਡਿਜ਼ੀਜ਼ ਸਪਰੈਡ ਹੋ ਰਹੀ ਹੈ, ਬਹੁਤ ਸਾਰੀਆਂ ਡਿਜ਼ੀਜ਼ ਨੇ ਜਿਹੜੀਆਂ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਇਸ ਤਰੀਕੇ ਨਾਲ ਸਪਰੈਡ ਨਹੀਂ ਹੁੰਦੀਆਂ। ਜਿਵੇਂ ਮੰਨ ਲਓ
ਕਿਸੇ ਪਰਸਨ ਨੂੰ PEM ਹੈ। PEM ਦਾ ਮਤਲਬ ਪ੍ਰੋਟੀਨ ਐਨਰਜੀ ਮੈਲਨਿਊਟ੍ਰੀਸ਼ਨ ਹੈ, ਪ੍ਰੋਟੀਨ ਊਰਜਾ ਕੁਪੋਸ਼ਣ ਆ। ਪ੍ਰੋਟੀਨਸ ਪ੍ਰੋਪਰ ਨਹੀਂ ਲੈ ਰਿਹਾ ਆਪਦੀ ਡਾਈਟ ਦੇ ਵਿੱਚ। ਜਦੋਂ ਪ੍ਰੋਟੀਨਸ ਪ੍ਰੋਪਰ ਨਹੀਂ ਲੈ ਰਿਹਾ ਤਾਂ ਉਹਨੂੰ ਬੇਟਾ ਪ੍ਰੋਟੀਨ ਐਨਰਜੀ ਮੈਲਨਿਊਟ੍ਰੀਸ਼ਨ ਹੋ ਗਈ, ਕੁਆਸ਼ੀਓਕਰ ਹੋ ਗਿਆ ਜਾਂ ਮੈਰਾਸਮਸ ਹੋ ਗਿਆ, ਤਾਂ ਉਹ ਤਾਂ ਉਸੇ ਪਰਸਨ ਦਾ ਹੀ ਹੈ ਨਾ। ਹੁਣ ਜਿਹੜਾ ਇੱਕ ਪਰਸਨ ਹੈ ਇਹ ਪ੍ਰੋਟੀਨ ਨਹੀਂ ਲੈ ਰਿਹਾ, ਦੂਜਾ ਪਰਸਨ ਦਾ ਆਪਦੇ ਪ੍ਰੋਟੀਨ ਵਧੀਆ ਲੈ ਰਿਹਾ, ਇਹਦਾ ਮਤਲਬ ਇੱਥੋਂ ਇੱਥੇ ਤੱਕ ਡਿਜ਼ੀਜ਼ ਸਪਰੈਡ ਨਹੀਂ ਹੋ ਸਕਦੀ। ਇਹਦੀ ਡਿਜ਼ੀਜ਼ ਇਸ ਕਰਕੇ ਹੈ 1 ਨੰਬਰ ਪਰਸਨ ਦੀ, ਕਿਉਂਕਿ ਡਾਈਟ ਪ੍ਰੋਪਰ ਨਹੀਂ ਸੀ ਲੈ ਰਿਹਾ। ਇਸੇ ਪ੍ਰਕਾਰ ਕੋਈ 2 ਪਰਸਨ ਨੇ, ਸਪੋਜ਼ ਪਰਸਨ ਨੰਬਰ 1 ਜਿਹੜਾ ਹੈਗਾ ਉਹ ਆਪਣੇ ਡਾਈਟ ਦੇ ਵਿੱਚ ਆਇਓਡੀਨ ਪ੍ਰੋਪਰਲੀ ਨਹੀਂ ਲੈ ਰਿਹਾ। ਜੇ ਆਇਓਡੀਨ ਪ੍ਰੋਪਰਲੀ ਨਹੀਂ ਲੈ ਰਿਹਾ ਤਾਂ ਇਸ ਨੂੰ ਗੋਇਟਰ ਜਾਂ ਗਿੱਲੜ ਨਾਂ ਦਾ ਰੋਗ ਹੋ ਜਾਊਗਾ। ਜਦੋਂ ਇਸ ਨੂੰ ਬੇਟਾ ਗੋਇਟਰ ਹੋ ਜਾਊਗਾ ਤਾਂ ਹੁਣ 2 ਨੰਬਰ ਪਰਸਨ ਇਹ ਤਾਂ ਆਪਣਾ ਸਹੀ ਤਰੀਕੇ ਨਾਲ ਖਾਣਾ ਲੈ ਰਿਹਾ ਸੀ, ਉਹ 'ਚ ਆਇਓਡੀਨ ਲੈ ਰਿਹਾ ਸੀ, ਇਹਦਾ ਮਤਲਬ ਇਹ ਡਿਜ਼ੀਜ਼ ਚਾਹੀਦੀ ਦੋਨੋਂ ਮਿਲਦੇ ਨੇ। ਇੱਕ ਗੋਇਟਰ ਵਾਲਾ ਪਰਸਨ ਨੋਰਮਲ ਪਰਸਨ ਨੂੰ ਮਿਲਦਾ ਤਾਂ ਉਹ ਡਿਜ਼ੀਜ਼ ਆਪਣੀ ਸਪਰੈਡ ਨਹੀਂ ਕਰ ਸਕਦਾ। ਇਸੇ ਪ੍ਰਕਾਰ ਹੀ ਕੋਈ ਲਿਵਰ ਡਿਸਆਰਡਰ ਹੈ, ਇੱਕ ਪਰਸਨ ਦਾ ਆਪਣਾ ਲਿਵਰ ਡਿਸਆਰਡਰ ਹੈਗਾ, ਉਹਦੇ ਖਾਣੇ ਕਰਕੇ ਹੋ ਗਿਆ, ਉਹਦੀਆਂ ਡਾਈਟ ਪ੍ਰੈਕਟਿਸਿਸ ਕਰਕੇ ਹੋ ਗਿਆ, ਅਨਹੈਲਦੀ ਡਾਈਟ ਪ੍ਰੈਕਟਿਸਿਸ ਕਰਕੇ ਹੋ ਗਿਆ, ਤਾਂ ਉਹ ਡਿਜ਼ੀਜ਼ ਉਹਦੇ ਤੱਕ ਹੀ ਰਹੂਗੀ, ਦੂਸਰੇ ਪਰਸਨ ਤੱਕ ਸਪਰੈਡ ਨਹੀਂ ਹੋਊਗੀ। ਹੁਣ ਜਿਹੜੀਆਂ ਡਿਜ਼ੀਜ਼ਸ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਸਪਰੈਡ ਹੋ ਰਹੀਆਂ ਨੇ ਉਹ ਕਾਹਦੇ ਕਰਕੇ ਹੋ ਰਹੀਆਂ, ਉਹਨਾਂ ਨੂੰ ਕੌਣ ਸਪਰੈਡ ਕਰ ਰਿਹਾ ਹੈ? ਉਹਨਾਂ ਨੂੰ ਜਿਹੜਾ ਸਪਰੈਡ ਕਰ ਰਿਹਾ ਬੇਟਾ ਉਸ ਨੂੰ ਅਸੀਂ ਨਾਮ ਦੇਵਾਂਗੇ ਪੈਥੋਜਨਸ ਦਾ। ਸੋ ਪੈਥੋਜਨਸ ਜਿਹੜੇ ਹੈਗੇ ਨੇ ਬੇਟਾ ਉਹ ਡਿਜ਼ੀਜ਼ ਸਪਰੈਡ ਕਰਦੇ ਹੈ, ਵਾਹਕ ਦਾ ਕੰਮ ਕਰਦੇ ਨੇ, ਵੈਕਟਰ ਦਾ ਕੰਮ ਕਰਦੇ ਨੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਡਿਜ਼ੀਜ਼ ਸਪਰੈਡ ਕਰਦੇ ਨੇ। ਸੋ ਇਹ ਡਿਜ਼ੀਜ਼ ਕਾਜ਼ਿੰਗ ਏਜੰਟ ਜਾਂ ਜਿਹੜੇ ਹੈਗੇ ਨੇ ਬੇਟਾ ਇਹ ਬਾਇਓਲੋਜੀਕਲ ਡਿਜ਼ੀਜ਼ ਕਾਜ਼ਿੰਗ ਏਜੰਟ ਹੋ ਗਏ। ਇਹਦੇ ਵਿੱਚ ਕੋਈ ਵਾਇਰਸ ਹੈ, ਰੈਕੇਟਸ ਵੀ ਹੋ ਸਕਦਾ ਹੈ, ਬੈਕਟੀਰੀਆ ਹੋ ਸਕਦਾ, ਫੰਗਸ ਹੋ ਸਕਦਾ, ਪ੍ਰੋਟੋਜਨ ਹੋ ਸਕਦੇ ਨੇ, ਹੈਲਮਿੰਥਸ ਹੋ ਸਕਦੇ ਨੇ, ਆਰਥਰੋਪੋਡਸ ਹੋ ਸਕਦੇ ਨੇ। ਜਿਵੇਂ ਵਾਇਰਲ ਡਿਜ਼ੀਜ਼ਸ ਨੇ, ਅੱਜ ਕੱਲ੍ਹ ਚੱਲ ਰਹੀ ਹੈ ਵਾਇਰਲ ਡਿਜ਼ੀਜ਼ ਹੈ ਬੈਕਟੀਰੀਆ ਤੋਂ, ਜਿਵੇਂ ਬੈਕਟੀਰੀਆ ਕੋਈ ਡਿਜ਼ੀਜ਼ ਕਾਜ਼ ਕਰਦਾ, ਮੰਨ ਲਓ ਟਾਈਫਾਈਡ ਹੈ, ਸੈਲਮੋਨੇਲਾ ਟਾਈਫੀ ਨਾਲ ਹੁੰਦਾ ਹੈ। ਸਿਮਿਲਰਲੀ ਫੰਗਸ ਹੈ, ਫੰਗਸ ਤੋਂ ਜਿਵੇਂ ਆਪਣੇ ਬਾਡੀ ਦੇ ਉੱਤੇ ਦਰਦ ਜੀ ਪੈ ਜਾਂਦੀ ਹੈ, ਰਿੰਗਵਾਰਮ ਹੋ ਗਿਆ, ਫੰਗਸ ਨਾਲ ਹੋ ਗਿਆ। ਇਸੇ ਪ੍ਰਕਾਰ ਅਮੀਬਾ ਹੈਗਾ, ਐਂਟਾਮੀਬਾ, ਪ੍ਰੋਟੋਜੋਨ ਹੈਗਾ, ਉਹ ਕੋਈ ਡਿਜ਼ੀਜ਼ ਕਾਜ਼ ਕਰਦਾ। ਤਾਂ ਡਿਜ਼ੀਜ਼ ਕਾਜ਼ਿੰਗ ਏਜੰਟ ਜਿਹੜੇ ਹੈਗੇ ਨੇ ਸਾਰੇ ਕੀ ਨੇ ਬੇਟਾ ਉਹ ਪੈਥੋਜਨਸ ਹੈਗੇ ਨੇ, ਠੀਕ ਹੈ ਨਾ। ਸੋ ਇੱਥੇ ਇੱਕ ਗੱਲ ਦਾ ਧਿਆਨ ਰੱਖੋ ਕਿ 2 ਚੀਜ਼ਾਂ ਮੈਂ ਤੁਹਾਨੂੰ ਵਿੱਚ ਦੱਸ ਗਿਆ, ਕਿਤੇ ਕਨਫਿਊਜ਼ਨ ਨਾ ਕ੍ਰੀਏਟ ਕਰ ਲਿਓ। ਦੋਨੋਂ ਚੀਜ਼ਾਂ ਬਾਰੇ ਮੈਂ ਇੱਕ ਵਾਰ ਫੇਰ ਤੁਹਾਨੂੰ ਕਲੀਅਰ ਕਰਦਾ। ਇੱਕ ਤਾਂ ਬੇਟਾ ਮੈਂ ਗੱਲ ਕੀਤੀ ਹੈ ਪੈਥੋਜਨਸ ਦੀ, ਇੱਕ ਮੈਂ ਗੱਲ ਕੀਤੀ ਹੈ ਵੈਕਟਰ ਦੀ। ਪੈਥੋਜਨ ਤਾਂ ਡਿਜ਼ੀਜ਼ ਕਾਜ਼ਿੰਗ ਏਜੰਟ ਹੈ, ਵੈਕਟਰ ਜਿਹੜਾ ਡਿਜ਼ੀਜ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਸਪਰੈਡ ਕਰਦਾ। ਕਿਵੇਂ? ਥੋੜ੍ਹਾ ਜਿਹਾ ਮੈਂ ਇਸ ਨੂੰ ਐਗਜ਼ਾਮਪਲ ਨਾਲ ਤੁਹਾਨੂੰ ਸਮਝਾਉਣਾ ਹੈ। ਮੰਨ ਲਓ ਕੋਈ ਪਰਸਨ ਆਪਣੇ ਕੋਲ ਹੈਗਾ ਅਤੇ ਉਸ ਪਰਸਨ ਨੂੰ ਡਿਜ਼ੀਜ਼ ਹੈ ਬੇਟਾ, ਇੱਥੇ ਆਪਾਂ ਇਸ ਨੂੰ ਬਣਾਉਣੇ ਹੈ, ਯੈਸ, ਇੱਕ ਪਰਸਨ ਹੈਗਾ, ਉਸ ਪਰਸਨ ਨੂੰ ਡਿਜ਼ੀਜ਼ ਹੈਗੀ ਹੈ ਬੇਟਾ ਮਲੇਰੀਆ। ਤਾਂ ਮਲੇਰੀਆ ਜਿਹੜਾ ਹੈਗਾ ਬੇਟਾ ਆਪਾਂ ਆਮ ਭਾਸ਼ਾ 'ਚ ਕਹਿੰਦੇ ਕਿ ਮਲੇਰੀਆ ਕਾਹਦੇ ਕਰਕੇ ਹੁੰਦਾ, ਅਸੀਂ ਕਹਿੰਦੇ ਕਿ ਫੀਮੇਲ ਐਨੋਫਿਲਿਸ ਮੱਛਰ ਦੇ ਕੱਟਣ ਕਰਕੇ ਹੁੰਦਾ ਹੈ, ਪਰ ਅਸਲ 'ਚ ਇਹ ਨਹੀਂ ਹੈ। ਮਲੇਰੀਆ ਦਾ ਜਿਹੜਾ ਕਾਜ਼ਿੰਗ ਏਜੰਟ ਹੈ, ਉਹਦਾ ਕਾਜ਼ਿੰਗ ਏਜੰਟ ਜਿਹੜਾ ਉਸਦਾ ਪੈਥੋਜਨ ਹੈ ਉਹ ਪਲਾਜ਼ਮੋਡੀਅਮ ਹੈ। ਪ੍ਰੋਟੋਜੋਆ ਹੈਗਾ, ਇਹ ਪਲਾਜ਼ਮੋਡੀਅਮ ਹੈ ਜਿਹੜਾ ਕਿ ਉਸ ਦਾ ਡਿਜ਼ੀਜ਼ ਕਾਜ਼ਿੰਗ ਹੈ। ਇਹਦਾ ਮਤਲਬ ਡਿਜ਼ੀਜ਼ ਕਾਜ਼ ਕਰਨ ਵਾਲਾ ਜਿਹੜਾ ਪੈਥੋਜਨ ਹੈ, ਪੈਥੋਜਨ ਤਾਂ ਹੋ ਗਿਆ ਪਲਾਜ਼ਮੋਡੀਅਮ। ਹੁਣ ਪਲਾਜ਼ਮੋਡੀਅਮ ਇੱਕ ਪਰਸਨ ਦੇ ਵਿੱਚ ਹੈ ਤਾਂ ਉਹਨੂੰ ਮਲੇਰੀਆ ਹੋ ਗਿਆ। ਉਸ ਪਰਸਨ ਦੇ ਫੀਮੇਲ ਐਨੋਫਿਲਿਸ ਮੋਸਕੀਟੋ ਨੇ ਬਾਈਟ ਕੀਤਾ, ਉਹਦਾ ਬਲੱਡ ਸੱਕ ਕੀਤਾ। ਬਲੱਡ ਸੱਕ ਕਰਕੇ ਜਦੋਂ ਹੈਲਦੀ ਪਰਸਨ ਦਾ ਬਲੱਡ ਸੱਕ ਕਰੂਗੀ ਤਾਂ ਪਲਾਜ਼ਮੋਡੀਅਮ ਨੂੰ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਲੈ ਜੂਗੀ। ਉਹ ਪਰਸਨ 2 ਤੱਕ ਆ ਗਿਆ। ਕਿੱਥੋਂ ਆਇਆ? ਪਰਸਨ 1 ਤੋਂ। ਪਰਸਨ 1 ਤੋਂ ਪਰਸਨ 2 ਤੱਕ ਕੌਣ ਲੈ ਕੇ ਗਿਆ? ਮੋਸਕੀਟੋ ਲੈ ਕੇ ਗਿਆ। ਤਾਂ ਹੁਣ ਮੋਸਕੀਟੋ ਨੇ ਡਿਜ਼ੀਜ਼ ਤਾਂ ਨਹੀਂ ਕਾਜ਼ ਕੀਤੀ, ਮੋਸਕੀਟੋ ਨੇ ਤਾਂ ਡਿਜ਼ੀਜ਼ ਸਪਰੈਡ ਕੀਤੀ ਹੈ। ਇਹਦਾ ਮਤਲਬ ਮੋਸਕੀਟੋ ਕੀ ਹੋ ਗਿਆ ਬੇਟਾ ਇੱਥੇ? ਵੈਕਟਰ ਹੋ ਗਿਆ। ਸੋ ਇਸ ਗੱਲ ਦਾ ਧਿਆਨ ਰੱਖਿਓ ਕਿ ਪੈਥੋਜਨ ਤਾਂ ਉਹ ਹੈ ਜਿਹੜਾ ਡਿਜ਼ੀਜ਼ ਕਾਜ਼ ਕਰਦਾ ਅਤੇ ਵੈਕਟਰ ਉਹ ਹੈ ਜਿਹੜਾ ਕਿ ਕਮਿਊਨੀਕੇਬਲ ਡਿਜ਼ੀਜ਼ਸ ਨੂੰ ਇੱਕ ਡਿਜ਼ੀਜ਼ਡ ਪਰਸਨ ਤੋਂ ਹੈਲਦੀ ਪਰਸਨ ਤੱਕ ਲੈ ਕੇ ਜਾਂਦਾ ਹੈ। ਉਹ ਕੀ ਹੋ ਗਿਆ ਬੇਟਾ? ਵੈਕਟਰ ਹੋ ਗਿਆ। ਸੋ ਇੱਥੇ ਮੋਸਕੀਟੋ ਵੈਕਟਰ ਹੋ ਗਿਆ ਅਤੇ ਪਲਾਜ਼ਮੋਡੀਅਮ ਕੀ ਹੋ ਗਿਆ? ਪੈਥੋਜਨ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਪੈਥੋਜਨ ਅਤੇ ਵੈਕਟਰ ਦਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਸੋ ਬੇਟਾ ਜੇ ਇਹ ਗੱਲ ਕਲੀਅਰ ਹੋ ਗਈ ਤਾਂ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਹੁਣ ਅਸੀਂ ਆਪਣੇ ਸਿਲੇਬਸ ਦੇ ਵਿੱਚ ਬੇਟਾ ਕੁਛ ਕੁ
ਕਮਿਊਨੀਕੇਬਲ ਡਿਜ਼ੀਜ਼ਸ ਜਿਹੜੀਆਂ ਹੈਗੀਆਂ ਨੇ ਬੇਟਾ, ਇਨਫੈਕਸ਼ੀਅਸ ਡਿਜ਼ੀਜ਼ਸ ਹੈਗੀਆਂ ਨੇ, ਉਹਨਾਂ ਡਿਜ਼ੀਜ਼ਸ ਬਾਰੇ ਗੱਲ ਕਰਾਂਗੇ। ਸਾਡੇ ਸਿਲੇਬਸ ਦੇ ਵਿੱਚ ਬੇਟਾ ਅਲੱਗ-ਅਲੱਗ ਤਰ੍ਹਾਂ ਦੀਆਂ ਡਿਜ਼ੀਜ਼ ਨੇ। ਜਿਹੜੀਆਂ ਡਿਜ਼ੀਜ਼ਸ ਬੇਟਾ ਆਪਣੇ ਸਿਲੇਬਸ ਦੇ ਵਿੱਚ ਹੈਗੀਆਂ ਨੇ, ਉਹਨਾਂ ਦੇ ਕਾਜ਼ਿੰਗ ਏਜੰਟ ਅਲੱਗ-ਅਲੱਗ ਹੋ ਸਕਦੇ ਨੇ। ਦੈਟ ਮੇ ਬੀ ਬੈਕਟੀਰੀਆ, ਦੈਟ ਮੇ ਬੀ ਵਾਇਰਸ, ਦੈਟ ਮੇ ਬੀ ਪ੍ਰੋਟੋਜੋਨ, ਦੈਟ ਮੇ ਬੀ ਫੰਗਸ, ਅਲੱਗ-ਅਲੱਗ ਹੋ ਸਕਦੇ ਨੇ। ਬਹੁਤ ਸਾਰੀਆਂ ਡਿਜ਼ੀਜ਼ਸ ਨੇ, ਬਟ ਅਸੀਂ ਸਾਰੀਆਂ ਡਿਜ਼ੀਜ਼ਸ ਨਹੀਂ ਪੜ੍ਹਾਂਗੇ। ਕੁਛ ਕੁ ਡਿਜ਼ੀਜ਼ ਜਿਵੇਂ ਆਪਣੇ ਕੋਲ ਟਾਈਫਾਈਡ ਹੈ, ਨਮੂਨੀਆ ਹੈ, ਕਾਮਨ ਕੋਲਡ ਹੈ, ਮਲੇਰੀਆ ਹੈ। ਸੋ ਇਹ ਕੁਛ ਡਿਜ਼ੀਜ਼ਸ ਅਸੀਂ ਬੇਟਾ ਪੜ੍ਹਾਂਗੇ। ਇਹਨਾਂ ਦੇ ਵਿੱਚੋਂ ਬੇਟਾ ਅੱਜ ਅਸੀਂ ਸਭ ਤੋਂ ਪਹਿਲੀ ਜਿਹੜੀ ਡਿਜ਼ੀਜ਼ ਸਟਾਰਟ ਕਰਨ ਜਾ ਰਹੇ ਹਾਂ, ਦੈਟ ਇਜ਼ ਟਾਈਫਾਈਡ। ਟਾਈਫਾਈਡ ਤਾਂ ਤੁਸੀਂ ਆਮ ਸੁਣਿਆ ਹੋਊਗਾ ਵੀ ਟਾਈਫਾਈਡ ਹੋ ਗਿਆ। ਟਾਈਫਾਈਡ ਦਾ ਸਿੰਪਟਮ ਸਭ ਤੋਂ ਪਹਿਲੀ ਜੇ ਗੱਲ ਕਿਸੇ ਵੀ ਬੱਚੇ ਨੂੰ ਪੁੱਛ ਲਿਆ ਜਾਵੇ, ਕਿਸੇ ਲੇਮੈਨ ਨੂੰ, ਆਮ ਬੰਦੇ ਨੂੰ ਪੁੱਛ ਲਿਆ ਜਾਵੇ ਕਿ ਟਾਈਫਾਈਡ 'ਚ ਕੀ ਹੁੰਦਾ, ਤਾਂ ਉਹ ਕਹਿਣਗੇ ਜੀ ਟਾਈਫਾਈਡ ਦੇ ਵਿੱਚ ਬੁਖਾਰ ਆਉਂਦਾ ਹੈ। ਤਾਂ ਇਹਦਾ ਮਤਲਬ ਇਹ ਇੱਕ ਇਹੋ ਜਿਹੀ ਡਿਜ਼ੀਜ਼ ਹੈ ਜਿਹ 'ਚ ਪਰਸਨ ਦਾ ਫੀਵਰ ਆਉਂਦਾ, ਜਿਹਦਾ ਟੈਂਪਰੇਚਰ ਬਾਡੀ ਦਾ ਵੱਧ ਜਾਂਦਾ। ਤਾਂ ਇਹ ਬੇਟਾ ਡਿਜ਼ੀਜ਼ ਸਭ ਤੋਂ ਪਹਿਲੀ ਗੱਲ ਤਾਂ ਇਹਦੇ 'ਚ ਇਹ ਸਮਝਣ ਵਾਲੀ ਹੈ ਕਿ ਦਿਸ ਇਜ਼ ਕਾਜ਼ਡ ਬਾਏ ਬੈਕਟੀਰੀਆ। ਇਹ ਬੈਕਟੀਰੀਅਲ ਡਿਜ਼ੀਜ਼ ਹੈਗੀ ਹੈ। ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਿਓ। ਅਤੇ ਇਹ ਜਿਹੜੀ ਬੈਕਟੀਰੀਅਲ ਡਿਜ਼ੀਜ਼ ਹੈ ਕਿਹੜੇ ਬੈਕਟੀਰੀਆ ਨਾਲ ਹੁੰਦੀ ਹੈ, ਇਸ ਦਾ ਨਾਮ ਹੈ ਬੇਟਾ ਸਾਲਮੋਨੇਲਾ ਟਾਈਫੀ। ਯਾਦ ਕਰ ਲੈਣਾ, ਰੱਟਾ ਮਾਰ ਲਓ ਕਿ ਜਿਹੜੀ ਟਾਈਫਾਈਡ ਹੈ ਦੈਟ ਇਜ਼ ਕਾਜ਼ਡ ਟੂ ਐ ਸਾਲਮੋਨੇਲਾ ਟਾਈਫੀ, ਕਿਉਂਕਿ ਇਹ 'ਚ ਕੀ ਹੈ, ਇਹ ਤਾਂ ਯਾਦ ਹੀ ਕਰਨੇ ਪੈਣਗੇ ਬੇਟਾ, ਔਰ ਯਾਦ ਕਰਨੇ ਵੀ ਚਾਹੀਦੇ ਹੈ। ਬਹੁਤ ਸਾਰੇ ਸਟੂਡੈਂਟ ਲੈਕਚਰ ਸੁਣ ਰਹੇ ਆ, ਉਹਨਾਂ ਨੂੰ ਇਹ ਪਹਿਲਾਂ ਹੀ ਪਤਾ ਹੋਊਗਾ। ਜਿਨ੍ਹਾਂ ਨੂੰ ਨਹੀਂ ਪਤਾ ਤਾਂ ਹੁਣ ਪਤਾ ਲੱਗ ਗਿਆ। ਘਬਰਾਉਣ ਵਾਲੀ ਗੱਲ ਕੋਈ ਨਹੀਂ, ਹੋ ਗਏ ਨਾ ਬਰਾਬਰ ਤੁਸੀਂ ਸਾਰੇ। ਜਿਹਨੂੰ ਪਹਿਲਾਂ ਪਤਾ ਸੀ ਉਹਨੂੰ ਚਲੋ ਆਉਂਦਾ ਸੀ, ਜਿਹਨੂੰ ਨਹੀਂ ਸੀ ਪਤਾ ਹੁਣ ਪਤਾ ਲੱਗ ਗਿਆ। ਸੋ ਇਹ ਤਾਂ ਬੇਟਾ ਜਿਹੜਾ ਪੜ੍ਹ ਲਿਆ ਬਸ ਉਹੀ ਇੰਟੈਲੀਜੈਂਟ ਹੋ ਗਿਆ। ਇਸ ਕਰਕੇ ਪੜ੍ਹਦੇ ਰਿਹਾ ਕਰੋ। ਜਿਹੜਾ ਬੱਚਾ ਪੜ੍ਹਦਾ ਰਹੂਗਾ ਇੰਟੈਲੀਜੈਂਟ ਹੋ ਜਾਊਗਾ, ਜਿਹੜਾ ਪੜ੍ਹਾਈ ਛੱਡ ਜੂਗਾ ਉਹ ਬੇਟਾ ਉਸਨੂੰ ਅਸੀਂ ਨਾਲਾਇਕ ਕਹਿ ਦਿੰਦੇ ਸੀ, ਕਹਿੰਦੇ ਕਿ ਲਾਇਕ ਨਹੀਂ ਹੈਗਾ। ਉਹ ਜਿਹੜਾ ਲਾਇਕ ਨਹੀਂ ਹੈਗਾ ਉਹ ਇਹ ਥੋੜ੍ਹੀ ਹੈ ਕਿ ਪਰਮਾਨੈਂਟਲੀ ਲਾਇਕ ਹੈ, ਜਿੱਦੇ ਪੜ੍ਹਨ ਲੱਗ ਗਿਆ ਇੰਟੈਲੀਜੈਂਟ ਹੈ। ਠੀਕ ਹੈ ਨਾ, ਇਸ ਕਰਕੇ ਪੜ੍ਹਨ ਲੱਗ ਜਾਓ ਬੇਟਾ ਤੁਸੀਂ ਵੀ ਸਾਰੇ। ਸੋ ਹੁਣ ਸੈਲਮੋਨੇਲਾ ਟਾਈਫੀ ਇਹਦਾ ਕਾਜ਼ਿੰਗ ਏਜੰਟ ਹੈ। ਹੁਣ ਇਹ ਡਿਜ਼ੀਜ਼ ਕਿਵੇਂ ਸਪਰੈਡ ਹੁੰਦੀ ਹੈ ਬੇਟਾ, ਮੋਡ ਆਫ ਟਰਾਂਸਮਿਸ਼ਨ ਕੀ ਹੈ। ਇਹ ਬੇਟਾ ਜਿਹੜਾ ਸੈਲਮੋਨੇਲਾ ਟਾਈਫੀ ਹੈ, ਇਹ ਸਾਡੀ ਬਾਡੀ ਦੇ ਵਿੱਚ ਫੂਡ ਜਾਂ ਵਾਟਰ ਦੇ ਥਰੂ ਆ ਜਾਂਦਾ। ਗੰਦਾ ਫੂਡ ਲੈ ਲੈਂਦੇ ਆ, ਵਾਟਰ ਲੈ ਲੈਂਦੇ, ਜਾਂ ਇੱਕ ਜਿਹੜਾ ਟਾਈਫਾਈਡ ਵਾਲਾ ਪਰਸਨ ਹੈ ਉਹ ਜਿਹੜੇ ਬਰਤਨ ਵਗੈਰਾ ਯੂਜ਼ ਕਰ ਰਹੇ ਆ ਉੱਥੋਂ ਜਿਹੜਾ ਹੈਗਾ ਬੇਟਾ ਇਹ ਬੈਕਟੀਰੀਆ ਸਾਡੇ ਕੋਲ ਆ ਗਿਆ। ਅਤੇ ਇਹ ਸਾਡੀ ਬਾਡੀ ਦੇ ਵਿੱਚ ਜਦੋਂ ਆ ਜਾਊਗਾ ਬੇਟਾ ਸਮੋਲ ਇੰਟੈਸਟਾਈਨ ਚਲੇ ਜਾਊਗਾ। ਸਮੋਲ ਇੰਟੈਸਟਾਈਨ ਦੇ ਆਲੇ ਦੁਆਲੇ ਜਿਹੜਾ ਬੇਟਾ ਬਲੱਡ ਹੈਗਾ ਸਮੋਲ, ਉਹ ਬਲੱਡ ਇਸ ਨੂੰ ਅਬਜ਼ੋਰਬ ਕਰ ਲੂਗਾ ਅਤੇ ਫਿਰ ਇਹ ਸਾਰੇ ਆਰਗਨਸ ਤੱਕ ਸਪਰੈਡ ਹੋ ਜਾਊਗਾ ਟਾਈਫਾਈਡ ਦਾ ਜਿਹੜਾ ਬੈਕਟੀਰੀਆ ਹੈਗਾ ਸੈਲਮੋਨੇਲਾ ਟਾਈਫੀ। ਸੋ ਇਹ ਡਿਜ਼ੀਜ਼ ਜਿਹੜੀ ਹੈਗੀ ਹੈ ਬੇਟਾ ਫਿਰ ਇਸ ਤਰੀਕੇ ਨਾਲ ਜਦੋਂ ਸਾਡੀ ਬਾਡੀ 'ਚ ਆ ਜੂਗੀ ਤਾਂ ਇਹ 1 ਤੋਂ ਲੈ ਕੇ 3 ਹਫ਼ਤਿਆਂ ਦੇ ਵਿੱਚ ਐਵਰੇਜ 2 ਵੀਕਸ ਦੇ ਵਿੱਚ ਜਿਹੜਾ ਸੈਲਮੋਨੇਲਾ ਟਾਈਫੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੂਗਾ। ਅਸਰ ਕੀ ਦਿਖਾਉਣਾ ਹੈ, ਮਤਲਬ ਕਿ ਉਹਦੇ ਸਿੰਪਟਮ ਸਾਡੀ ਬਾਡੀ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਇਸ ਚੀਜ਼ ਨੂੰ ਅਸੀਂ ਬੋਲਦੇ ਹਾਂ ਬੇਟਾ ਇਨਕੂਬੇਸ਼ਨ ਪੀਰੀਅਡ। ਇਨਕੂਬੇਸ਼ਨ ਪੀਰੀਅਡ ਉਹ ਪੀਰੀਅਡ ਹੁੰਦਾ, ਉਹ ਟਾਈਮ ਹੁੰਦਾ ਹੈ ਜਿਹੜੇ ਟਾਈਮ ਦੇ ਵਿੱਚ ਜਿਹੜੀ ਡਿਜ਼ੀਜ਼ ਹੈ ਉਹ ਬੇਟਾ ਆਪਣੇ ਸਿੰਪਟਮਸ ਸ਼ੋਅ ਕਰਨੇ ਸ਼ੁਰੂ ਕਰ ਦਿੰਦੀ ਹੈ। ਤਾਂ ਟਾਈਫਾਈਡ ਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੈ ਉਹ 2 ਹਫ਼ਤੇ ਹੈ। 2 ਹਫ਼ਤਿਆਂ ਦੇ ਬਾਅਦ ਬੇਟਾ ਇਸ ਦੇ ਸਿੰਪਟਮਸ ਆਉਣੇ ਸ਼ੁਰੂ ਹੋ ਜਾਣਗੇ। ਕਿਹੋ ਜਿਹੇ ਸਿੰਪਟਮਸ ਆਉਣਗੇ, ਇਹਦੇ ਨਾਲ ਬੇਟਾ ਬਾਡੀ ਦਾ ਬੁਖਾਰ ਜਿਹੜਾ ਬਹੁਤ ਜ਼ਿਆਦਾ ਜਾਊਗਾ। 37.4 ਜਿਹੜਾ ਨੋਰਮਲ ਬੇਟਾ ਆਪਣੇ ਕੋਲ 37 ਡਿਗਰੀ ਸੈਲਸੀਅਸ ਨੋਰਮਲ ਟੈਂਪਰੇਚਰ ਹੈ, 39 ਤੋਂ 40 ਤੱਕ ਵੀ ਜਾ ਸਕਦਾ। ਹੈਡਏਕ, ਸਿਰ ਦੁਖੂਗਾ ਬੇਟਾ। ਵੀਕਨੈਸ, ਬਾਡੀ ਬਹੁਤ ਜ਼ਿਆਦਾ ਕਮਜ਼ੋਰ ਹੋ ਜੂਗੀ। ਸਟਮਕ ਪੇਨ, ਕੌਨਸਟੀਪੇਸ਼ਨ ਹੋ ਜੂਗੀ। ਭੁੱਖ ਨਹੀਂ ਲੱਗੂਗੀ ਬੇਟਾ। ਇੰਟੈਸਟਿਨ ਪਰਫੋਰੇਸ਼ਨ ਐਂਡ ਜੇ ਸਵੀਅਰ ਕੇਸਿਸ ਦੇ ਵਿੱਚ ਬਹੁਤ ਜ਼ਿਆਦਾ ਟਾਈਫਾਈਡ ਸਪਰੈਡ ਹੋ ਜੇ ਤਾਂ ਬੇਟਾ ਇਹਦੇ ਨਾਲ ਡੈਥ ਵੀ ਹੋ ਸਕਦੀ ਹੈ। ਆਮ ਤੌਰ 'ਤੇ ਬੇਟਾ ਇਹ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੈ। 1 ਤੋਂ 15 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਡਿਜ਼ੀਜ਼ ਬਹੁਤ ਜ਼ਿਆਦਾ ਬੇਟਾ ਟਾਈਫਾਈਡ ਜਿਹੜਾ ਹੈਗਾ ਇਹ ਸਪਰੈਡ ਹੁੰਦਾ। ਹੁਣ ਟਾਈਫਾਈਡ ਜਿਹੜੀ ਹੈਗੀ ਹੈ ਬੇਟਾ ਇਸ ਨੂੰ ਅਸੀਂ ਕਨਫਰਮ ਕਿਵੇਂ ਕਰਾਂਗੇ, ਅਸੀਂ ਡਾਕਟਰ ਕੋਲ ਜਾਂਦੇ ਹਾਂ। ਡਾਕਟਰ ਦਵਾਈ ਦੇਣ ਤੋਂ ਪਹਿਲਾਂ ਸਿੰਪਟਮਸ ਦੇ ਬੇਸ 'ਤੇ ਇਕੱਲਾ, ਕਿਉਂਕਿ ਸਿੰਪਟਮਸ ਤਾਂ ਕਾਮਨ ਨੇ, ਇਹੋ ਜਿਹੇ ਸਿੰਪਟਮ ਤਾਂ ਕਿਸੇ ਹੋਰ ਡਿਜ਼ੀਜ਼ 'ਚ ਵੀ ਹੋ ਸਕਦੇ ਨੇ। ਇਸ ਕਰਕੇ ਉਹ ਟੈਸਟ ਕਰਵਾਊਗਾ। ਜਿਹੜਾ ਟੈਸਟ ਬੇਟਾ ਟਾਈਫਾਈਡ ਨੂੰ ਕਨਫਰਮ ਕਰਨ ਦੇ ਲਈ ਕੀਤਾ ਜਾਂਦਾ ਦੈਟ ਇਜ਼ ਵਿਡਾਲ ਟੈਸਟ। ਇਸ ਵਿਡਾਲ ਟੈਸਟ ਦੇ ਵਿੱਚ ਬੇਟਾ ਜਿਹੜਾ ਐਂਟੀਜਨ ਹੈਗਾ H ਅਤੇ O ਐਂਟੀਜਨ ਜਿਹੜੇ ਉਹ ਲਏ ਜਾਂਦੇ ਹੈ, ਅਲੱਗ-ਅਲੱਗ ਡਿਲੂਸ਼ਨਸ ਦੇ ਉੱਤੇ ਰੱਖੇ ਜਾਂਦੇ ਆ ਬੇਟਾ। ਉਸ ਤੋਂ ਸਾਨੂੰ ਬੇਟਾ ਜੇ ਤਾਂ ਐਗਲੂਟੀਨੇਸ਼ਨ ਹੋ ਜੇ, ਮਤਲਬ ਕਿ ਜਿਹੜਾ ਬੈਕਟੀਰੀਆ ਹੋਇਆ ਸਾਡੇ ਬਲੱਡ ਦੇ ਵਿੱਚ, ਫਿਰ ਤਾਂ ਕੀ ਹੋ ਜਾਊਗਾ, ਉਹਦੀ ਐਗਲੂਟੀਨੇਸ਼ਨ ਹੋ ਜੂਗੀ ਅਤੇ ਉਹ ਟੈਸਟ ਪੋਜ਼ੀਟਿਵ ਆ ਜਾਊਗਾ। ਜੇ ਬੇਟਾ ਉਹਦੀ ਐਗਲੂਟੀਨੇਸ਼ਨ ਨਹੀਂ ਹੋਊਗੀ ਤਾਂ ਇਹਦਾ ਮਤਲਬ ਬਾਡੀ ਦੇ ਵਿੱਚ ਬੈਕਟੀਰੀਆ ਨਹੀਂ ਹੈਗਾ, ਤਾਂ ਉਹ ਕੀ ਆ ਜਾਊਗਾ, ਉਹ ਨੈਗੇਟਿਵ ਆ ਜਾਊਗਾ। ਤਾਂ ਇਹ ਸੀ ਬੇਟਾ ਡਿਜ਼ੀਜ਼ ਟਾਈਫਾਈਡ। ਟਾਈਫਾਈਡ ਦੇ ਬਾਰੇ ਇੱਕ ਜਿਹੜਾ ਫੈਕਚੁਅਲ ਇਨਫੋਰਮੇਸ਼ਨ ਇਹ ਹੈ ਕਿ ਟਾਈਫਾਈਡ ਮੇਰੀ ਨਾਂ ਦੀ ਇੱਕ ਲੇਡੀ ਸੀਗੀ, ਮੇਰੀ ਮੈਲਨ ਸੀ। ਉਸ ਨੂੰ ਅਸੀਂ ਨਾਮ ਉਹਦਾ ਟਾਈਫਾਈਡ ਮੇਰੀ ਕਹਿ ਦਿੰਦੇ ਹਾਂ। ਉਹ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਉਹ ਟਾਈਫਾਈਡ ਦੀ ਕੈਰੀਅਰ ਸੀ।
ਉਸ ਦੇ ਕੋਲ ਇਹਦਾ ਕੌਜ਼ਿੰਗ ਏਜੰਟ ਸੀ ਤੇ ਉਹ ਜਿਹੜਾ ਖਾਣਾ ਬਣਾਉਂਦੀ ਸੀ ਉਸ ਖਾਣੇ ਦੇ ਥਰੂ ਕਈ ਸਾਲਾਂ ਤੱਕ ਇਸ ਡਿਜ਼ੀਜ਼ ਨੂੰ ਬੇਟਾ ਸਪਰੈਡ ਕਰਦੀ ਰਹੀ। ਸੋ ਇਹ ਮੇਰੀ ਮੈਲਨ ਜਿਹੜਾ ਜਾਂ ਟਾਈਫਾਇਡ ਮੇਰੀ ਇਸ ਦਾ ਨੇਮ ਹੈਗਾ। ਸੋ ਇਹ ਸੀ ਬੇਟਾ ਇੱਕ ਇਹਦੇ ਨਾਲ ਰਿਲੇਟਡ ਫੈਕਚੁਅਲ ਇਨਫੋਰਮੇਸ਼ਨ। ਸੋ ਬੇਟਾ ਹੁਣ ਅਸੀਂ ਨੈਕਸਟ ਡਿਜ਼ੀਜ਼ ਜਿਹੜੀ ਨਮੂਨੀਆ ਹੈਗੀ ਹੈ ਉਸ ਨੂੰ ਸਟਾਰਟ ਕਰਨਾ ਹੈ। ਬਟ ਉਸ ਡਿਜ਼ੀਜ਼ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਮੈਂ ਤੁਹਾਡੀ ਬੁੱਕ ਦੇ ਉੱਤੇ ਤੁਹਾਨੂੰ ਲੈ ਕੇ ਜਾਣਾ ਅਤੇ ਉੱਥੇ ਦੱਸਦਾ ਕਿ ਜਿਹੜੀ ਡਿਜ਼ੀਜ਼ ਅਸੀਂ ਪੜ੍ਹੀ ਹੈ ਉਸ ਨੂੰ ਬੁੱਕ ਦੇ ਵਿੱਚੋਂ ਤੁਸੀਂ ਕਿਵੇਂ ਪੜ੍ਹਨਾ, ਸੋ ਦੈਟ ਤੁਹਾਨੂੰ ਘਰ ਪੜ੍ਹਦੇ ਹੋਏ ਲੈਕਚਰ ਸੁਣਨ ਤੋਂ ਬਾਅਦ ਬੁੱਕ ਦੇ ਵਿੱਚੋਂ ਪੜ੍ਹਦੇ ਹੋਏ ਕੋਈ ਪ੍ਰੋਬਲਮ ਨਾ ਆਵੇ। ਸੋ ਹੁਣ ਅਸੀਂ ਮੂਵ ਕਰ ਰਹੇ ਹਾਂ ਸਾਡੀ ਬੁੱਕ ਵੱਲ। ਸੋ ਬੇਟਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਹੈਲਥ ਦਾ ਕੰਸੈਪਟ ਦੱਸਿਆ, ਜਿਹਦੇ ਵਾਸਤੇ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਇਹ ਡੈਫੀਨੇਸ਼ਨ ਦੇਖਣੀ ਹੈ ਫਿਜ਼ੀਕਲ, ਮੈਂਟਲ ਅਤੇ ਸੋਸ਼ਲ ਵੈਲਬੀਇੰਗ ਵਾਲੀ। ਉਸ ਤੋਂ ਬਾਅਦ ਦੇ ਵਿੱਚ ਬੇਟਾ ਇਸ ਨੂੰ ਡਿਟੇਲ ਦੇ ਵਿੱਚ ਦਿੱਤਾ ਹੋਇਆ ਅਤੇ ਦੈਨ ਤੁਸੀਂ ਜਿਹੜਾ ਹੈਗਾ ਡਿਜ਼ੀਜ਼ ਨੂੰ ਇਫੈਕਟ ਕਰਨ ਵਾਲੇ ਫੈਕਟਰਸ ਜਿਹੜੇ ਮੈਂ ਕਰਵਾਏ ਸੀ, ਜੈਨੇਟਿਕ ਡਿਸਆਰਡਰ, ਇਨਫੈਕਸ਼ਨ, ਲਾਈਫ ਸਟਾਈਲ, ਇਹ ਸਭ ਚੀਜ਼ਾਂ ਬੇਟਾ ਮੈਂ ਇੱਥੋਂ ਹੀ ਚੱਕ ਕੇ PPT ਬਣਾਈ ਹੈ। ਤੁਹਾਨੂੰ ਇਸ ਕਰਕੇ ਮੈਂ ਦੱਸ ਰਿਹਾ ਤੁਹਾਡੇ 4-5 ਮਿੰਟ ਲਾਊਂਗਾ ਇਸ 'ਤੇ, ਤਾਂ ਕਿ ਤੁਹਾਨੂੰ ਬੁੱਕ ਪੜ੍ਹਨ ਵੇਲੇ ਇਹ ਨਾ ਲੱਗੇ ਵੀ ਹਾਂ ਕੋਈ ਨਵੀਂ ਜਿਹੀ ਚੀਜ਼ ਪੜ੍ਹ ਰਹੇ ਹਾਂ। ਜੋ ਅਸਲ ਦੇ ਵਿੱਚ ਪ੍ਰੈਜੈਂਟੇਸ਼ਨ ਦੇ ਵਿੱਚ ਦਿਖਾਇਆ ਜਾਂਦਾ ਨਾਲ ਫੋਟੋਗ੍ਰਾਫਸ ਲਗਾਉਣੀਆਂ ਹੁੰਦੀਆਂ ਨੇ, ਇਸ ਕਰਕੇ ਬੇਟਾ ਜਿਹੜਾ ਹੈਗਾ ਉੱਥੇ ਬਣਾ ਲਈ ਜਾਂਦੀ ਹੈ। ਬਟ ਅਸਲ ਦੇ ਵਿੱਚ ਬੇਸਿਕ ਮਟੀਰੀਅਲ ਇਸ ਬੁੱਕ ਦੇ ਵਿੱਚੋਂ ਹੀ ਚੱਕਿਆ ਜਾਂਦਾ ਹੈ। ਦੈਨ ਡਿਜ਼ੀਜ਼ ਕੀ ਹੈ, ਬੋਡੀ ਦਾ ਕੋਈ ਵੀ ਡਿਸਕੰਫਰਟ, ਇਹ ਡੈਫੀਨੇਸ਼ਨ ਬੇਟਾ ਤੁਸੀਂ ਇੱਥੋਂ ਪੜ੍ਹ ਲੈਣੀ ਹੈ। ਇਸ ਤੋਂ ਬਾਅਦ ਦੇ ਵਿੱਚ ਬੇਟਾ ਜਿਹੜੇ ਡਿਜ਼ੀਜ਼ ਕਾਜ਼ਿੰਗ ਏਜੰਟ ਨੇ, ਪੈਥੋਜਨਸ ਦੀ ਬੇਟਾ ਮੈਂ ਗੱਲ ਕੀਤੀ ਹੈ। ਪੈਥੋਸ ਡਿਜ਼ੀਜ਼, ਜਨਸ ਦਾ ਮਤਲਬ ਜੈਨਸਿਸ, ਪ੍ਰੋਡਕਸ਼ਨ, ਡਿਜ਼ੀਜ਼ ਪ੍ਰੋਡਕਸ਼ਨ ਜਿਹੜੇ ਕਰਦੇ ਨੇ ਪੈਥੋਜਨਸ ਨੇ। ਨਿਊਟਰੀਐਂਟ ਏਜੰਟ ਹੋ ਸਕਦੇ ਨੇ, ਕੈਮੀਕਲ ਫੈਕਟਰਸ ਵੀ ਹੋ ਸਕਦੇ ਨੇ ਡਿਜ਼ੀਜ਼ ਕਾਜ਼ਿੰਗ, ਫਿਜ਼ੀਕਲ ਏਜੰਟ ਹੋ ਸਕਦੇ ਨੇ, ਜੈਨੇਟਿਕ ਡਿਸਆਰਡਰਸ ਹੋ ਸਕਦੀਆਂ ਨੇ, ਇਹ ਪੜ੍ਹਨੇ ਨੇ। ਦੈਨ ਡਿਜ਼ੀਜ਼ ਦੀ ਕਲਾਸੀਫਿਕੇਸ਼ਨ, ਕੌਨਜੈਨੀਟਲ ਐਂਡ ਅਕਵਾਇਰਡ। ਕੌਨਜੈਨੀਟਲ ਦਾ ਮਤਲਬ ਕਿ ਜਿਹੜੀਆਂ ਸਾਡੇ ਕੋਲ ਬਰਥ ਤੋਂ ਹੀ ਪ੍ਰੈਜ਼ੈਂਟ ਨੇ, ਅਕਵਾਇਰਡ ਜਿਹੜੀਆਂ ਅਸੀਂ ਆਪਣੇ ਲਾਈਫ ਟਾਈਮ 'ਚ ਅਕਵਾਇਰ ਕਰਦੇ ਹਾਂ। ਸੋ ਉੱਥੇ ਮੈਂ ਤੁਹਾਨੂੰ ਦੋ ਹੀ ਕੈਟਾਗਰੀਜ਼ ਦੱਸਦੀਆਂ ਸੀ, ਕਮਿਊਨੀਕੇਬਲ ਐਂਡ ਨਾਨ ਕਮਿਊਨੀਕੇਬਲ। ਬਟ ਇਹਦੇ ਥੋੜ੍ਹੀ ਜਿਹੀ ਬਰੋਡ ਕਲਾਸੀਫਿਕੇਸ਼ਨ ਦਿੱਤੀ ਹੋਈ ਹੈ, ਬੜੀ ਅੱਛੀ ਕਲਾਸੀਫਿਕੇਸ਼ਨ ਹੈ ਇਨਫੈਕਟ ਇਹ, ਕਿ ਜਿਹੜੀਆਂ ਡਿਜ਼ੀਜ਼ਸ ਅਸੀਂ ਸਿੰਸ ਬਰਥ ਅਕਵਾਇਰ ਕਰਕੇ ਲੈ ਕੇ ਆਉਣੇ ਪਿੱਛੋਂ ਹੀ ਉਹ ਤਾਂ ਕੌਨਜੈਨੀਟਲ ਹੋ ਗਈਆਂ, ਜਿਹੜੀਆਂ ਆਪਣੀ ਲਾਈਫ ਟਾਈਮ 'ਚ ਅਕਵਾਇਰ ਕੀਤੀਆਂ ਉਹ ਅਕਵਾਇਰਡ ਹੋ ਗਈਆਂ। ਹੁਣ ਜਿਹੜੀਆਂ ਆਪਣੀ ਡਿਊਰਿੰਗ ਲਾਈਫ ਟਾਈਮ ਅਸੀਂ ਅਕਵਾਇਰ ਕਰ ਲਈਆਂ ਉਹਨਾਂ ਨੂੰ ਜੇ ਅਸੀਂ ਸਪਰੈਡ ਕਰ ਰਹੇ ਹਾਂ ਤਾਂ ਕਮਿਊਨੀਕੇਬਲ, ਜੇ ਸਪਰੈਡ ਨਹੀਂ ਕਰ ਰਹੇ ਤਾਂ ਕੀ ਹੋ ਗਈਆਂ ਬੇਟਾ, ਉਹ ਨਾਨ ਕਮਿਊਨੀਕੇਬਲ ਹੋ ਗਈਆਂ। ਤਾਂ ਇਹ ਆਪਣੇ ਕੋਲ ਜਿਹੜਾ ਹੈਗਾ ਅਕਵਾਇਰਡ ਡਿਜ਼ੀਜ਼ਸ ਦਾ ਆ ਗਿਆ ਕਮਿਊਨੀਕੇਬਲ ਅਤੇ ਨਾਨ ਕਮਿਊਨੀਕੇਬਲ ਦਾ ਕੰਸੈਪਟ ਆ ਗਿਆ। ਇਸ ਤੋਂ ਬਾਅਦ ਦੇ ਵਿੱਚ ਬੇਟਾ ਜਿਹੜੀਆਂ ਡਿਜ਼ੀਜ਼ਸ ਪੈਥੋਜਨਸ ਦੁਆਰਾ ਕਾਜ਼ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਕਮਿਊਨੀਕੇਬਲ ਡਿਜ਼ੀਜ਼ਸ ਹੈਗੀਆਂ ਨੇ, ਉਹਨਾਂ ਕਮਿਊਨੀਕੇਬਲ ਡਿਜ਼ੀਜ਼ਸ ਦੇ ਵਿੱਚ ਬੇਟਾ ਕਿਹੜੇ ਕਿਹੜੇ ਮੋਡ ਆਫ ਟਰਾਂਸਮਿਸ਼ਨ ਹੋ ਸਕਦੇ ਨੇ। ਦਿਸ ਮੇ ਬੀ ਡਾਇਰੈਕਟ ਕੰਟੈਕਟ, ਬਸ ਹੈਡਿੰਗਸ ਪੜ੍ਹ ਦਿਓ, ਹੈਡਿੰਗਸ ਤੋਂ ਤੁਹਾਨੂੰ ਪਤਾ ਲੱਗ ਜੂ ਕੀ ਪੜ੍ਹਾਇਆ ਜਾ ਰਿਹਾ। ਦੋ ਪਰਸਨਸ ਦਾ ਜਿਹੜਾ ਹੈਗਾ ਆਪਸ ਦੇ ਵਿੱਚ ਡਾਇਰੈਕਟ ਕੰਟੈਕਟ ਹੋ ਗਿਆ। ਡ੍ਰੌਪਲੈਟ ਇਨਫੈਕਸ਼ਨ ਜਿਹੜੀ ਹੈਗੀ ਹੈ ਬੇਟਾ, ਇਸੇ ਕਰਕੇ ਮਾਸਕ ਲਗਾਉਣ ਲਈ ਸਾਨੂੰ ਕਿਹਾ ਜਾਂਦਾ ਹੈ। ਸੋ ਦੈਨ ਜਿਹੜਾ ਹੈਗਾ ਸੋਇਲ ਦੇ ਨਾਲ ਕੰਟੈਕਟ ਕਰਦੇ ਹਾਂ, ਕਿ ਵੀ ਮਿੱਟੀ ਦੇ ਵਿੱਚੋਂ ਵੀ ਬੇਟਾ ਕੁਛ ਡਿਜ਼ੀਜ਼ ਕਾਜ਼ਿੰਗ ਏਜੰਟ ਆ ਸਕਦੇ ਨੇ, ਕਿਸੇ ਐਨੀਮਲ ਬਾਈਟ ਨਾਲ ਵੀ ਕੋਈ ਡਿਜ਼ੀਜ਼ ਜਿਹੜੀ ਹੋ ਸਕਦੀ ਹੈ। ਤਾਂ ਇਹ ਕੁਛ ਬੇਟਾ ਜਿਹੜੇ ਹੈਗੇ ਨੇ ਡਿਜ਼ੀਜ਼ ਦੇ ਫੈਕਟਰ ਹੈਗੇ ਨੇ ਸਪਰੈਡ ਹੋਣ ਦੇ, ਜਿਹੜੇ ਕਿਸ ਤਰੀਕੇ ਨਾਲ ਕੋਈ ਡਿਜ਼ੀਜ਼ ਜਿਹੜੀ ਉਹ ਸਪਰੈਡ ਹੁੰਦੀ ਹੈ। ਇਹਦੇ ਵਿੱਚੋਂ ਬੇਟਾ ਅੱਗੇ ਇਹ ਡਿਟੇਲ ਦੇ ਵਿੱਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਦੈਨ ਡਾਇਰੈਕਟਲੀ ਤੁਸੀਂ ਆਓਗੇ, ਇਹ ਜਿਹੜੀਆਂ ਡਿਜ਼ੀਜ਼ ਦੀ ਕਲਾਸੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ। ਡਾਇਰੈਕਟਲੀ ਬੇਟਾ ਤੁਸੀਂ ਅੱਗੇ ਆਓਗੇ ਕਾਮਨ ਡਿਜ਼ੀਜ਼ਸ ਇਨ ਹਿਊਮਨਸ। ਮੈਂ ਤੁਹਾਨੂੰ ਨਿਸ਼ਾਨੀ ਲਗਵਾਤੀ ਕੀ ਪੜ੍ਹਨਾ ਕੀ ਨਹੀਂ। ਹੁਣ ਕਾਮਨ ਡਿਜ਼ੀਜ਼ ਇਨ ਹਿਊਮਨ ਦੇ ਵਿੱਚ ਸਭ ਤੋਂ ਪਹਿਲੀ ਡਿਜ਼ੀਜ਼ ਜਿਹੜੀ ਅਸੀਂ ਪੜ੍ਹੀ ਹੈ ਦੈਟ ਇਜ਼ ਟਾਈਫਾਈਡ। ਟਾਈਫਾਈਡ ਇਜ਼ ਕਾਜ਼ਡ ਬਾਏ ਸਾਲਮੋਨੇਲਾ ਟਾਈਫੀ। ਸੋ ਇਹਦਾ ਇਨਕੂਬੇਸ਼ਨ 1 ਤੋਂ 15 ਸਾਲ ਦੇ ਬੱਚਿਆਂ ਦੇ ਵਿੱਚ ਕਾਮਨ ਹੈ। ਮੋਡ ਆਫ ਟਰਾਂਸਮਿਸ਼ਨ ਜਿਹੜਾ ਹੈਗਾ ਬੇਟਾ ਦਿੱਤਾ ਹੋਇਆ ਕਿ ਫੂਡ ਅਤੇ ਵਾਟਰ ਜਿਹੜਾ ਕੰਟੈਮੀਨੇਟ ਹੋ ਗਿਆ। ਇਹ ਹੁੰਦਾ ਕਿ ਥੋੜ੍ਹਾ ਇੱਥੇ ਦੇਖੋ, ਇਹ ਜ਼ਿਆਦਾ ਵਧੀਆ ਦਿੱਤਾ ਹੋਇਆ, ਡਿਟੇਲ ਦੇ ਵਿੱਚ ਦਿੱਤਾ ਹੋਇਆ ਹੈ। ਜਿਵੇਂ ਹੁਣ ਇੱਕ ਪਰਸਨ ਨੂੰ ਟਾਈਫਾਈਡ ਹੈ, ਉਹ ਓਪਨ ਡੀਫੈਸ਼ੀਏਸ਼ਨ ਕਰਦਾ, ਮਤਲਬ ਕਿ ਖੁੱਲ੍ਹੇ ਦੇ ਵਿੱਚ ਉਹ ਟੋਇਲਟ ਜਾ ਕੇ ਆਉਂਦਾ ਹੈ, ਤਾਂ ਉੱਥੇ ਮੱਖੀਆਂ ਵਗੈਰਾ ਬੈਠ ਜਾਂਦੀਆਂ ਨੇ। ਉਹ ਮੱਖੀਆਂ ਬੈਠਣਗੀਆਂ ਤਾਂ ਉਸਦੇ ਫੀਕਲ ਮੈਟਰ ਤੋਂ ਬੇਟਾ ਜਿਹੜਾ ਹੈਗਾ ਉਹ ਸੈਲਮੋਨੇਲਾ ਟਾਈਫੀ ਦੀ ਇਨਫੈਕਸ਼ਨ ਨਾਲ ਲੈ ਕੇ ਆਉਣਗੀਆਂ। ਫਿਰ ਉਹ ਆ ਕੇ ਸਾਡੇ ਫੂਡ 'ਤੇ, ਮਿਲਕ 'ਤੇ, ਵਾਟਰ 'ਤੇ, ਸਾਡੇ ਵਾਟਰ ਫੂਡ ਨੂੰ, ਮਿਲਕ ਨੂੰ ਕੰਟੈਮੀਨੇਟ ਕਰਨਗੀਆਂ। ਜਦੋਂ ਕੰਟੈਮੀਨੇਟ ਕਰਨਗੀਆਂ ਤਾਂ ਇਹ ਮੱਖੀਆਂ ਜਿਹੜੀਆਂ ਹੈਗੀਆਂ ਨੇ ਉਹ ਫੀਕਲ ਮੈਟਰ ਤੋਂ ਲਿਆ ਕੇ ਬੇਟਾ ਜਿਹੜਾ ਟਾਈਫਾਈਡ ਦੀ ਇਨਫੈਕਸ਼ਨ ਹੈ, ਸੈਲਮੋਨੇਲਾ ਟਾਈਫੀ ਨੂੰ ਸਾਡੇ ਫੂਡ 'ਤੇ ਛੱਡ ਜਾਣਗੀਆਂ। ਇੱਕ ਹੈਲਦੀ ਪਰਸਨ ਜਦੋਂ ਫੂਡ ਕੰਜ਼ਿਊਮ ਕਰੂਗਾ ਤਾਂ ਬੇਟਾ ਕੀ ਹੋ ਜੂਗੀ, ਉੱਥੋਂ ਡਿਜ਼ੀਜ਼ ਹੋ ਜੂਗੀ। ਸੋ ਇਹ ਜਿਹੜਾ ਕਾਜ਼ਟਿਵ ਏਜੰਟ ਹੈ ਇਹਦਾ ਮਤਲਬ ਸਾਡੇ ਮੂੰਹ ਦੇ ਰਾਹੀਂ ਇੰਟਰ ਕਰੂਗਾ, ਕਿਉਂਕਿ ਸਾਡੇ ਫੂਡ ਦੇ ਰਾਹੀਂ ਇੰਟਰ ਕਰਕੇ ਸਾਡੀ ਇੰਟੈਸਟਾਈਨ ਤੱਕ ਜਾਊਗਾ। ਸਾਡੀ ਇੰਟੈਸਟੀਨਲ ਵਾਲ ਦੇ ਵਿੱਚ ਵੀ ਰਿਲੇਸ਼ਨਸ ਕਰ ਸਕਦਾ ਹੈ। ਫਿਰ ਉੱਥੋਂ ਬਲੱਡ ਦੇ ਵਿੱਚ ਚਲੇ ਜਾਊਗਾ, ਬਲੱਡ ਤੋਂ ਬਾਡੀ ਦੇ ਅਲੱਗ-ਅਲੱਗ ਆਰਗਨਸ ਤੱਕ ਪਹੁੰਚ ਜਾਊਗਾ। ਸਿੰਪਟਮਸ ਨੇ ਬੇਟਾ ਬਹੁਤ ਜ਼ਿਆਦਾ ਫੀਵਰ ਆਉਣਾ, ਅਤੇ ਇਸ ਦੇ ਵਿੱਚ ਬੇਟਾ ਹੈਡਏਕ ਜਿਹੜਾ ਹੈਗਾ ਹੋਣਾ, ਐਕਸਟ੍ਰੀਮ ਵੀਕਨੈਸ ਹੋਣੀ, ਐਬਡੋਮੀਨਲ ਪੇਨ, ਕੌਨਸਟੀਪੇਸ਼ਨ ਵੀ ਹੋ ਸਕਦੀ ਹੈ, ਸਮੋਲ ਇੰਟੈਸਟਾਈਨ ਦੇ ਵਿੱਚ ਇਨਫਲੇਮੇਸ਼ਨ ਵੀ ਹੋ ਸਕਦੀ ਹੈ। ਦੈਨ ਇਸ ਨੂੰ ਅਸੀਂ ਕਨਫਰਮ ਕਿਵੇਂ ਕਰਨਾ ਹੈ, ਵਿਡਾਲ ਟੈਸਟ ਨਾਲ ਕਰਨਾ ਹੈ। ਪ੍ਰੀਵੈਂਟਿਵ ਮੈਜ਼ਰਸ ਕਿਵੇਂ ਬੇਟਾ ਅਸੀਂ ਇਸ ਤੋਂ ਬਚ ਸਕਦੇ ਹਾਂ,
ਬਚਣਾ ਕਿਵੇਂ ਹੈ? ਜਦੋਂ ਸਾਨੂੰ ਪਤਾ ਹੈ ਵੀ ਡਿਜ਼ੀਜ਼ ਇਹ ਇਹੋ ਜਿਹੇ ਫੂਡ ਨਾਲ ਹੁੰਦੀ ਹੈ, ਕੰਟੈਮੀਨੇਟਡ ਫੂਡ ਨਾਲ, ਤਾਂ ਕੰਟੈਮੀਨੇਟਡ ਫੂਡ ਤੋਂ ਬਚਣਾ ਹੈ, ਮੱਖੀਆਂ ਤੋਂ ਆਪਣੇ ਭੋਜਨ ਨੂੰ ਬਚਾਉਣਾ ਹੈ, ਓਪਨ ਡਿਫੈਸ਼ੀਏਸ਼ਨ ਨਹੀਂ ਕਰਨੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਬੇਟਾ ਟਾਈਫਾਈਡ ਤੋਂ ਬਚ ਸਕਦੇ ਹਾਂ। ਤਾਂ ਇੱਥੇ ਜਿਹੜਾ ਹੈਗਾ ਬੇਟਾ ਸਾਰੇ ਇਸ ਦੇ ਦਿੱਤੇ ਹੋਏ ਨੇ ਕਿ ਕਿਵੇਂ ਪ੍ਰੋਪਰ ਸੈਨੀਟੇਸ਼ਨ ਨਾਲ ਅਸੀਂ ਜਿਹੜਾ ਹੈਗਾ ਆਪਣੀ ਵਾਟਰ ਸਪਲਾਈ ਵਧੀਆ ਰੱਖ ਕੇ, ਆਪਣਾ ਫੂਡ ਸਾਫ਼ ਰੱਖ ਕੇ ਅਸੀਂ ਇਸ ਨੂੰ ਲੈ ਸਕਦੇ ਹਾਂ। ਦੈਨ ਇਹੀ ਜਿਹੜਾ ਇਨਫੋਰਮੇਸ਼ਨ ਸੀ ਮੈਰੀ ਮੇਲਨ ਬਾਰੇ, ਉਹ ਇਨਫੋਰਮੇਸ਼ਨ ਜਾਂ ਟਾਈਫਾਈਡ ਮੈਰੀ ਬਾਰੇ ਇੱਥੇ ਦਿੱਤੀ ਹੋਈ ਹੈ। ਇਸ ਤੋਂ ਨੈਕਸਟ ਜਿਹੜੀ ਡਿਜ਼ੀਜ਼ ਬੇਟਾ ਆਪਾਂ ਪੜ੍ਹਨੀ ਹੈ ਦੈਟ ਇਜ਼ ਨਮੂਨੀਆ। ਹੁਣ ਜਿਹੜੀ ਨਮੂਨੀਆ ਡਿਜ਼ੀਜ਼ ਹੈ ਬੇਟਾ, ਇਹ ਵੀ ਇੱਕ ਬੈਕਟੀਰੀਅਲ ਡਿਜ਼ੀਜ਼ ਹੈ। ਕਿਹੜੇ ਬੈਕਟੀਰੀਆ ਦੁਆਰਾ ਹੁੰਦੀ ਹੈ? ਇਹ ਸਟ੍ਰੈਪਟੋਕੋਕਸ ਨਮੂਨੀ ਨਾਂ ਦੇ ਬੈਕਟੀਰੀਆ ਦੁਆਰਾ ਹੁੰਦੀ ਹੈ। ਯਾਦ ਕਰ ਲਓ ਬੇਟਾ, ਬੈਕਟੀਰੀਆ ਦਾ ਨਾਮ ਸਟ੍ਰੈਪਟੋਕੋਕਸ ਨਮੂਨੀ, ਤੁਸੀਂ ਯਾਦ ਰੱਖਣਾ। ਸਪੈਲਿੰਗ ਦੇਖ ਲਿਓ ਨਮੂਨੀਆ ਦੇ, ਸਪੈਲਿੰਗ ਅੱਧੇ ਬੱਚੇ ਗਲਤ ਪਾ ਕੇ ਆਉਂਦੇ ਹੁੰਦੇ ਨੇ, ਲਿਖ ਕੇ ਦੇਖੋਗੇ ਇਸ ਨੂੰ ਫਿਰ ਸਪੈਲਿੰਗ ਸਹੀ ਹੋਣਗੇ। ਅਤੇ ਇੱਕ ਜਿਹੜਾ ਹੈਗਾ ਬੇਟਾ ਹੀਮੋਫਿਲਸ ਇਨਫਲੂਐਂਜਾ, ਇਹਦੇ ਨਾਲ ਵੀ ਹੁੰਦੇ ਨੇ। ਉੱਥੇ ਬੇਟਾ ਜਿਹੜਾ 1 ਨੰਬਰ ਦਾ ਕੁਐਸਚਨ ਆ ਜਾਂਦਾ, ਮੈਂ ਤੁਹਾਨੂੰ ਦੱਸਿਆ ਜੀ 1 ਨੰਬਰ ਦਾ ਕੁਐਸਚਨ ਵੀ ਆਉਣਾ, ਮਲਟੀਪਲ ਚੋਇਸ ਕੁਐਸਚਨ ਕਈ ਵਾਰੀ ਆ ਜਾਂਦਾ ਹੈ। ਨਮੂਨੀਆ ਇਜ਼ ਕਾਜ਼ਡ ਬਾਏ ਆਪਸ਼ਨ 1 ਸਟ੍ਰੈਪਟੋਕੋਕਸ ਨਮੂਨੀ, ਆਪਸ਼ਨ 2 ਹੀਮੋਫਿਲਸ ਇਨਫਲੂਐਂਜਾ, ਆਪਸ਼ਨ C ਨਾਈਦਰ 1 ਨੋਰ 2, ਆਪਸ਼ਨ D ਬੋਥ 1 and 2। ਅਸੀਂ ਬੇਟਾ ਕੀ ਕਰਦੇ ਹਾਂ, ਸਾਨੂੰ ਇਹ ਹੁੰਦਾ ਕਿ ਤਾਂ ਸਟ੍ਰੈਪਟੋਕੋਕਸ ਨਮੂਨੀ ਨਾਲ ਹੁੰਦਾ ਹੈ, ਇਸ ਕਰਕੇ ਨਮੂਨੀਆ ਦੇ ਵਿੱਚ ਆਪਸ਼ਨ 1 ਸਟ੍ਰੈਪਟੋਕੋਕਸ ਨਮੂਨੀ ਸੀ, ਉਹਨੂੰ ਯੈਸ ਕਰ ਦਿੰਦੇ ਹਾਂ। ਦੂਜੀ ਆਪਸ਼ਨ ਦੇਖਦੇ ਹੀ ਨਹੀਂ ਵੀ ਹੀਮੋਫਿਲਸ ਇਨਫਲੂਐਂਜੀ ਨਾਲ ਵੀ ਤਾਂ ਹੁੰਦਾ, ਇਹਦਾ ਮਤਲਬ ਦੂਜੀ ਵੀ ਸਹੀ ਸੀ। ਸੋ ਆਪਸ਼ਨ ਨੰਬਰ 4 ਆਉਣੀ ਸੀ, ਜਿਹਦੇ ਵਿੱਚ ਬੋਥ 1 and 2 ਆਨਸਰ ਸੀਗਾ। ਸੋ ਇਹ ਧਿਆਨ ਦੇ ਵਿੱਚ ਰੱਖਣਾ ਹੁੰਦਾ। ਆਪਾਂ ਕਈ ਵਾਰੀ ਆਪਾਂ ਮੇਨ ਜੀ ਗੱਲ ਪੜ੍ਹ ਲੈਂਦੇ ਹਾਂ ਕਿ ਇਸਦਾ ਸਟ੍ਰੈਪਟੋਕੋਕਸ ਨਮੂਨੀਆ ਨਾਲ ਹੁੰਦਾ, ਐਵੇਂ ਨਹੀਂ। ਸੋ ਇਹਦੇ ਇਹ ਬੇਟਾ ਕਾਜ਼ਿੰਗ ਏਜੰਟ ਹੈਗੇ ਨੇ। ਹੁਣ ਇਹ ਡਿਜ਼ੀਜ਼ ਅਸਲ ਦੇ ਵਿੱਚ ਨਮੂਨੀਆ ਡਿਜ਼ੀਜ਼ ਹੈਗੀ ਕੀ ਹੈ? ਜਿਵੇਂ ਟਾਈਫਾਈਡ 'ਚ ਬੁਖਾਰ ਆਉਂਦਾ ਨਾ, ਬਿਲਕੁਲ ਉਸੇ ਤਰੀਕੇ ਨਾਲ ਇਸ ਡਿਜ਼ੀਜ਼ ਦੇ ਵਿੱਚ ਕੀ ਹੁੰਦਾ, ਇਨਫੈਕਸ਼ਨ ਹੋ ਜਾਂਦੀ ਹੈ ਲੰਗਸ ਦੇ ਵਿੱਚ। ਜਦੋਂ ਇਹ ਬੈਕਟੀਰੀਆ ਸਟ੍ਰੈਪਟੋਕੋਕਸ ਨਮੂਨੀ ਸਾਡੇ ਲੰਗਸ ਦੇ ਵਿੱਚ ਇਨਫੈਕਸ਼ਨ ਕਾਜ਼ ਕਰਦਾ ਹੈ, ਤਾਂ ਲੰਗਸ ਦੇ ਵਿੱਚ ਬੇਟਾ ਜਿਹੜਾ ਹੈਗਾ ਫਲੂਇਡ ਕਲੈਕਟ ਹੋ ਜਾਂਦਾ ਹੈ। ਜਿਹੜੀਆਂ ਸਾਡੀਆਂ ਐਲਵਿਓਲਾਈ ਨੇ, ਦੇਖੋ ਲੰਗਸ ਦੇ ਵਿੱਚ ਕੀ ਹੈ, ਜਿਵੇਂ ਹੁਣ ਇੱਥੋਂ ਬਾਹਰੋਂ ਆਈਆਂ, ਇਹ ਪਿੱਛੋਂ ਐਲਵਿਓਲਾਈ ਹੈ। ਐਲਵਿਓਲਾਈ ਦੇ ਅਰਾਊਂਡ ਸਾਡੀਆਂ ਕੀ ਨੇ, ਬਲੱਡ ਵੈਸਲਸ ਪਈਆਂ ਨੇ, ਜਿਨ੍ਹਾਂ ਦੇ ਵਿੱਚ ਕੀ ਐਕਸਚੇਂਜ ਹੋਣੀ ਹੈ, ਇੱਥੋਂ ਗੈਸਸ ਦੀ ਐਕਸਚੇਂਜ ਹੋਣੀ ਹੈ। ਹੁਣ ਜਿਹੜੀਆਂ ਸਾਡੀਆਂ ਐਲਵਿਓਲਾਈ ਦੇ ਵਿੱਚ ਹੀ ਜੇ ਫਲੂਇਡ ਫਿਲ ਹੋ ਜੂ, ਫਲੂਇਡ ਭਰ ਜੂਗਾ, ਤਾਂ ਗੈਸਸ ਦਾ ਐਕਸਚੇਂਜ ਪ੍ਰੋਪਰ ਹੋਣਾ ਨਹੀਂ। ਇਹਦਾ ਮਤਲਬ ਸਾਡੀ ਬਾਡੀ ਨੂੰ ਪ੍ਰੋਪਰ ਆਕਸੀਜਨ ਨਹੀਂ ਮਿਲਣੀ। ਸੋ ਫਲੂਇਡ ਕਲੈਕਟ ਹੋ ਜੂਗਾ ਐਲਵਿਓਲਾਈ ਦੇ ਵਿੱਚ ਜਦੋਂ, ਤਾਂ ਇਹ ਇਨਫੈਕਸ਼ਨ ਜਿਹੜੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਕਈ ਵਾਰੀ ਇਹ ਬੇਟਾ ਡੈਥ ਕਾਜ਼ ਵੀ ਕਰ ਸਕਦੀ ਹੈ। ਤਾਂ ਹੁਣ ਇਹ ਡਿਜ਼ੀਜ਼ ਸਪਰੈਡ ਕਿਵੇਂ ਹੁੰਦੀ ਹੈ? ਜਿਹੜਾ ਪਰਸਨ ਜਿਹਨੂੰ ਨਮੂਨੀਆ, ਦੇਖੋ ਉਹਦੇ ਕਿੱਥੇ ਇਹ ਇਨਫੈਕਸ਼ਨ ਹੋਈ ਹੈ? ਉਹਦੇ ਲੰਗਸ ਦੇ ਵਿੱਚ ਇਨਫੈਕਸ਼ਨ ਹੋਈ ਹੈ। ਲੰਗਸ ਦੇ ਵਿੱਚੋਂ ਕੀ ਹੈ, ਜਦੋਂ ਕਈ ਵਾਰੀ ਅੰਦਰ ਜਿਵੇਂ ਆਪਣੇ ਆਪਾਂ ਆਮ ਭਾਸ਼ਾ 'ਚ ਕਹਿੰਦੇ ਹਾਂ ਕਿ ਬਲਗਮ ਜੀ ਬਣ ਗਈ, ਸਪੱਟਮ ਜਿਹੜਾ ਹੈਗਾ, ਜਿਹੜਾ ਥੁੱਕੂਗਾ ਨਾ, ਜਿਹੜਾ ਥੁੱਕੂਗਾ ਉਹਦੇ ਵਿੱਚ ਬੇਟਾ ਨੀਮੋਕੋਕਸ ਹੋਣਗੇ, ਮਤਲਬ ਕਿ ਇਹ ਬੈਕਟੀਰੀਆ ਹੋਣਗੇ। ਕੋਕਸ ਬੈਕਟੀਰੀਆ ਤੁਹਾਨੂੰ ਮੈਂ ਦੱਸਿਆ ਹੋਇਆ ਸ਼ੇਪ ਦੇ ਬੇਸ 'ਤੇ ਅਲੱਗ-ਅਲੱਗ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ। ਸੋ ਇਹ ਜਿਹੜੇ ਬੈਕਟੀਰੀਆ ਬੇਟਾ ਨੀਮੋਕੋਕਸ ਉਹਦੇ ਵਿੱਚ ਹੋਣਗੇ। ਇਹ ਸਪੱਟਮ ਦੇ ਥਰੂ ਜਦੋਂ ਬਾਹਰ ਆ ਜਾਣਗੇ, ਤਾਂ ਇਸ ਦੇ ਕੰਟੈਕਟ ਦੇ ਵਿੱਚ ਕੋਈ ਹੈਲਦੀ ਪਰਸਨ ਵੀ ਤਾਂ ਆ ਸਕਦਾ ਹੈ। ਜਦੋਂ ਹੈਲਦੀ ਪਰਸਨ ਉਹਦੇ ਕੰਟੈਕਟ 'ਚ ਆ ਗਿਆ, ਤਾਂ ਇਹਨਾਂ ਡ੍ਰੌਪਲੇਟ ਇਨਫੈਕਸ਼ਨ ਦੇ ਨਾਲ ਉਹ ਹੈਲਦੀ ਪਰਸਨ ਤੱਕ ਵੀ ਇਨਫੈਕਸ਼ਨ ਚਲੀ ਜਾਊਗੀ। ਸੋ ਓਲਡ ਪੀਪਲ ਦੇ ਵਿੱਚ, ਇਹ ਬਜ਼ੁਰਗਾਂ ਦੇ ਵਿੱਚ ਜਿਹੜਾ ਹੈਗਾ ਬੇਟਾ ਇਹ ਜ਼ਿਆਦਾ ਹੁੰਦੀ ਹੈ। ਜਿਵੇਂ ਇੱਥੇ ਇੱਕ ਫੋਟੋਗ੍ਰਾਫ ਦਿਖਾਇਆ ਹੋਇਆ ਸੀ ਕਿ ਇੱਕ ਪਰਸਨ ਕਿਸ ਤਰੀਕੇ ਨਾਲ, ਆ ਦੇਖੋ, ਡਿਜ਼ੀਜ਼ ਸਪਰੈਡ ਕਰ ਰਿਹਾ ਹੈ। ਇਹ ਪਰਸਨ ਨੇ ਇੱਥੇ ਸਨੀਜ਼ਿੰਗ ਕੀਤੀ ਹੈ, ਛਿੱਕ ਮਾਰੀ ਹੈ, ਸਾਹ ਲਿਆ, ਤਾਂ ਉਹਦੇ ਨਾਲ ਦੇਖੋ ਕਿੰਨੇ ਜ਼ਿਆਦਾ ਇਹ ਬੈਕਟੀਰੀਆ ਆਪਣੇ ਇਨਵਾਇਰਮੈਂਟ ਦੇ ਵਿੱਚ ਛੱਡ ਰਿਹਾ ਹੈ। ਆਲੇ ਦੁਆਲੇ ਜਿਹੜੇ ਪਰਸਨ ਸਾਹ ਲੈਣਗੇ ਉਹਨਾਂ ਨੂੰ ਫਿਰ ਇਹ ਡਿਜ਼ੀਜ਼ ਹੋ ਸਕਦੀ ਹੈ। ਇਸ ਕਰਕੇ ਬੇਟਾ ਜਿਹੜਾ ਹੈਗਾ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਸਾਨੂੰ ਮਾਸਕ ਵਗੈਰਾ ਲਗਾ ਕੇ ਰੱਖਣਾ ਚਾਹੀਦਾ ਹੈ। ਕਿਸੇ ਵੀ ਅਸੀਂ ਡਿਜ਼ੀਜ਼ਡ ਪਰਸਨ ਕੋਲ ਜਾਈਏ ਤਾਂ ਮਾਸਕ ਪ੍ਰੋਪਰਲੀ ਸਾਨੂੰ ਆਪਣੇ ਉੱਤੇ ਲਗਾਉਣਾ ਚਾਹੀਦਾ ਹੈ। ਤਾਂ ਇਹ ਬੇਟਾ ਹੁਣ ਇਸ ਤੋਂ ਬਾਅਦ ਸਿੰਪਟਮਸ ਇਸ ਦੇ ਕੀ ਦੇਖਦੇ ਆਪਾਂ। ਇਹਦੇ ਵਿੱਚ ਨਾ ਜਦੋਂ ਨਮੂਨੀਆ ਕਿਸੇ ਨੂੰ ਹੋ ਜਾਂਦਾ ਹੈ, ਤਾਂ ਉਹਨੂੰ ਇੱਕਦਮ ਕਾਂਬਾ ਆਉਂਦਾ ਅਤੇ ਬੁਖਾਰ ਉਸ ਤੋਂ ਬਾਅਦ 'ਚ ਆਉਂਦਾ, ਉਸ ਤੋਂ ਫੀਵਰ ਆਉਂਦਾ। ਪਹਿਲਾਂ ਕਾਂਬਾ ਆਉਂਦਾ, ਬੁਖਾਰ ਆਉਂਦਾ, ਫਿਰ ਪੇਨ ਬਹੁਤ ਜ਼ਿਆਦਾ ਹੁੰਦਾ, ਕਫ ਹੁੰਦਾ, ਖੰਘ ਆਉਂਦੀ ਹੈ, ਹੈਡਏਕ ਹੁੰਦਾ। ਜੇ ਬੇਟਾ ਸਵੀਅਰ ਕੇਸਿਸ ਦੇ ਵਿੱਚ ਨਾ ਜਿਹੜੇ ਆਪਣੇ ਲਿਪਸ ਨੇ ਜਾਂ ਫਿੰਗਰ ਨੇਲਸ ਵਗੈਰਾ ਨੇ, ਇਹ ਗ੍ਰੇ ਜਾਂ ਬਲੂਇਸ਼ ਕਲਰ ਦੇ ਵੀ ਹੋ ਜਾਂਦੇ ਆ। ਜਦੋਂ ਬਾਡੀ ਦੇ ਵਿੱਚ ਆਕਸੀਜਨ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ, ਤਾਂ ਬਹੁਤ ਜ਼ਿਆਦਾ ਇਨਫੈਕਸ਼ਨ ਨਮੂਨੀਆ ਦੀ ਹੋ ਜਾਂਦੀ ਹੈ, ਤਾਂ ਉਦੋਂ ਲਿਪਸ ਬੁੱਲ ਨੀਲੇ ਹੋ ਜਾਂਦੇ ਹੈ, ਫਿੰਗਰ ਨੇਲਸ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਕਲਰ ਚੇਂਜ ਹੋ ਜਾਂਦਾ ਹੈ। ਸੋ ਇਸ ਤਰੀਕੇ ਨਾਲ ਬੇਟਾ ਜਿਹੜੀ ਹੈਗੀ ਹੈ ਬੇਟਾ ਇਹ ਡਿਜ਼ੀਜ਼ ਸਪਰੈਡ ਹੁੰਦੀ ਹੈ। ਇਹਦੇ ਸਿੰਪਟਮਸ ਆ ਜਾਂਦੇ, ਅਤੇ ਜਦੋਂ ਜ਼ਿਆਦਾ ਇਨਫੈਕਸ਼ਨ ਹੋ ਜਾਏ ਨਾ, ਤਾਂ ਜਿਹੜਾ ਸਪੱਟਮ ਹੈਗਾ, ਜਿਹੜਾ ਥੁੱਕਾਂ ਦਾ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ, ਜਾਂ ਰਸਟੀ ਹੋ ਜਾਂਦਾ, ਜਾਂ ਉਹ ਬਲੱਡੀ
जल्दी हो जाता। सो ये जी डिजीज़ हैगी है बेटा, ये डिजीज़ है साढ़े कोले नमूनीआ। हुण इस डिजीज़ बारे बेटा तुहानूं मैं प्रैजेंटेशन दे विच्चों भी पढ़ाऊँ। नमूनीआ है, देखो बेटा नमूनीआ जिहड़ा हैगा ये बैक्टीरीयल डिजीज़ हैगी है, लंग दे विच इन्फैक्शन इसकी हो रही है। मैं तुहानूं कहा सी कि फ्लूइड फिल हो जाता। देखो नॉर्मल एयर सैक्स ने नॉर्मल एवलेबल ने तो आ इनफ्लेम्ड हो गए जिन्हां दे विच फ्लूइड फिल हो गया, नमूनीआ जिहदे विच हो गया। सो लंग्स दे विच इन्फैक्शन होंदी है, नॉर्मल लंग्स की जगह पर बेटा उस दे विच की है फ्लूइड फिल हो जाता है, तो यह नमूनीआ इस दे विच हो जाता है। पैथोजन स्ट्रैप्टोकोकस नमूनी तो हीमोफिलस इन्फ्लूएंजा है। जिमें असी ड्रॉपलेट्स वगैरह इनहेल कर लेने हैं तो जे कोई आप अपने गलासिस वगैरह या यूटेंसिल्स वगैरह भी शेयर कर लें, बर्तन इन्फैक्टेड परसन नाल शेयर करते हैं तो वो भी ये हो सकता है। तो ये बैक्टीरिया स्ट्रैप्टोकोकस नमूनीआ है, हीमोफिलस इन्फ्लूएंजा है। ये परसन देखो किमें डिजीज़ जी स्प्रैड कर रहा है, मैं हुणे बुक के भी तुहानूं पढ़ाया है। दैन इस दे बेटा इस तो बाद सिम्पटम्स की गल करिए, रैसपीरेटरी प्रॉब्लम्स इस आ जांदियां ने, साह लैन च प्रॉब्लम आउंदी है, फीवर है, कफ कांबा आना, हैडैक, सीवियर केसिस के लिप्स के जोड़े नेल्स ने वो भी की है ब्लूइश टू जोड़े ग्रे टू ब्लूइश जोड़े है हो सकते हैं। सो इस तरीके ने देखो लंग्स के बेटा बहुत ज़्यादा इन्फैक्शन हुई हुई है। सो इन्फैक्शन जी हैगी सी ये नमूनीआ। हुण इस तो बाद बेटा जी नैक्सट डिसऑर्डर अज असीं पढ़न जा रहे हैं, दैट इज़ कॉमन कोल्ड। हुण जिहड़ा कॉमन कोल्ड है, आम जुकाम नहीं हो जाता, आम जुकाम जिवें फ्लू हो गया, कॉमन कोल्ड हो गया। ये जिहड़ा कॉमन कोल्ड है, सब तो पहली गल तो ये ध्यान च रखने वाली गल है कि यह वायरल डिजीज़ है, ये वायरस नाल हुंदी है। सो वायरस नाल हुंदी है बेटा ये, इस वायरस का नाम जिहड़े वायरस दे नाल ये हुंदी है उस वायरस का नाम है राइनो वायरस। हुण जिहड़ा जुकाम हुंदा है बेटा इहदे विच रनिंग नोज़ हुंदा है। देखो ये नोज़ ते रैसपीरेटरी पैसेज नूं साडे नूं इन्फैक्ट करदी है, बट ये ध्यान दे विच रखण वाली गल है कि ये इन्फैक्शन साडे लंग्स तक नहीं पहुँचदी। सो यही जोड़ा है आम जुकाम जोड़ा है बेटा वायरल डिजीज़ है, कॉमन कोल्ड जोड़ा है वो है ये। सो ये साढ़े लंग्स तक नहीं जाएगी इन्फैक्शन, साडा रनिंग नोज़ ते सानू रैसपीरेटरी सिस्टम दी प्रॉब्लम्स ये कॉज करती है। 3 तो 7 दिनों का यदा साइकिल होंदा है। सो इन्ने क दिन ये डिजीज़ रहिंदी है, बीमारी रहिंदी है, जुकाम आपां नूं हुंदा है, उस तो बाद ये ठीक हो जाता है बेटा। तो यदा कॉजिंग एजेंट की है, राइनो वायरस है। सो मोड ऑफ ट्रांसमिशन की है, जे असी बेटा जिहड़े हैगे ने ड्रॉपलैट्स इनहेल करते हैं खंघ जां जुकाम नाल जिहड़े बेटा अपने कोले हो जाते हैं। सो उत्थों ये जिवें एक आम ही है भी एक परसन नूं जुकाम होया वो आके दूजे परसन नाल सवेरे उन्होंने जुकाम अपने आप नूं होया वे है, कॉमन कोल्ड तो वो सफ़र कर रहे है, आके अपने दोस्त नूं मिलदा, हरीश नूं मिलदा, कहंदा हैलो हरीश, हरीश नाल हैंडशेक करदा, बट हैंडशेक करदा करदा हरीश नूं ओह कॉमन कोल्ड का जोड़ा की है वो गिफ्ट दे गया, क्योंकि हरीश के हत्थों के उत्ते वो इन्फैक्शन आ गई। उस तो बाद हरीश अपने नक के उत्ते या किते भी जोड़ा है बेटा हत्थ लगाऊगा तो यह इन्फैक्शन उस दे तक भी पहुँच सकती है। सो इस तरीके नाल बेटा जी हैगी है ये डिजीज़ स्प्रैड होंदी है, जां दो परसन ने एक नूं जिहड़ी डिजीज़ है उन्होंने वायरस की इन्फैक्शन हुई भी है, वो पेन बुक कप या इस तरह किसी भी वो असैसरी कोई होर परसन यूज़ करता है तो इस तरीके नाल यह इन्फैक्शन स्प्रैड हो सकती है। सो कोविड का जो वायरस है करोना, सो करोना वायरस की जी स्प्रैड होने के कॉमन कोल्ड के स्प्रैड होने के तरीके जोड़े है बेटा ऑलमोस्ट इक्वल ने, इक्को जे ही बेटा तरीके है ने, इक्को जे तरीके नाल ये स्प्रैड होंदी है। बट फर्क ये है कि जी कोविड हैगी है बेटा वो लंग्स तक भी इन्फैक्शन करती है, तो ये जी हैगी इन्फैक्शन ये लंग्स तक नहीं जाती। तो दैन बेटा अपने को सिम्पटम्स इसके नेसल कंजैशन, नक बंद हो जाता है बेटा, प्रॉपरली साह नहीं आता, जां डिस्चार्ज नक रनिंग नोज़ हो जाता है, फीवर बुखार आता है, हैडैक, कई बार गला भी पक जाता है बेटा, जो जुकाम अंदर डिगदा रहता ना तो गला भी पक जाता, सोर थ्रोट, कफ, हॉर्सनैस, गला जोड़ा है साडा वो आवाज़ का फर्क पै जाता, टायर्डनैस, थके थके जे रहने हैं। सो ये कॉमन कोल्ड तो हर बच्चा जिहड़े भी तुसीं लैक्चर सुन रहे हो लगभग कदे ना कदे जरूर तुसीं सफ़र किया होगा कॉमन कोल्ड तो, कई बच्चों नूं बार बार कॉमन कोल्ड हो जाता। सो ये सारे सिम्पटम्स तुहानूं वधिया तरीके नाल पता हैगे ने। सो ये सी बेटा साडी अज दी नैक्सट डिजीज़ कॉमन कोल्ड। इस तो बाद दे विच बेटा जिहड़ा नैक्सट साडे कोल डिजीज़ आ रहा है वो है मलेरिया। बट अज के लैक्चर के असीं मलेरिया बारे नहीं पढ़ांगे, क्योंकि वो 3 नंबर का डायग्रामैटिक क्वेश्चन भी बनता है। मलेरिया का एक साइकिल है बेटा, प्लाज्मोडियम का लाइफ साइकिल है। सो वो एक लंबा टॉपिक है, वो सैपरेट एक वक्रा ही लैक्चर बेटा नैक्सट लैक्चर जोड़ा मैं सिर्फ तो सिर्फ मलेरिया या प्लाज्मोडियम तो ही तैयार करूँगा। सो अज के लिए बेटा इन्ना ही बहुत है। मैं तुहानूं 3 डिजीज़ हुण तक करवातियाँ, जिहदे विच बेटा मैं करवाया तुहानूं टाइफाइड, नमूनीआ ते
ਕਾਮਨ ਕੋਲਡ। ਸੋ ਮੈਂ ਉਮੀਦ ਕਰਦਾ ਕਿ ਇਹ ਲੈਕਚਰ ਤੁਹਾਨੂੰ ਧਿਆਨ ਨਾਲ ਬੇਟਾ ਸਮਝ ਲੱਗ ਗਿਆ ਹੋਊਗਾ। ਸੋ ਅੱਜ ਦੇ ਲਈ ਇੰਨਾ ਹੀ ਬਹੁਤ ਹੈ ਬੇਟਾ। ਥੈਂਕ ਯੂ ਵੈਰੀ ਮਚ। ਸੋ ਬੇਟਾ ਮੈਂ ਉਮੀਦ ਕਰਦਾ ਕਿ ਅੱਜ ਦਾ ਚੈਪਟਰ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗਿਆ ਹੋਵੇਗਾ। ਜੇ ਬੇਟਾ ਤੁਹਾਨੂੰ ਇਹ ਟੌਪਿਕ ਸਮਝ ਲੱਗ ਗਿਆ ਤਾਂ ਆਪਣੇ ਇਸ ਲੈਕਚਰ ਨੂੰ ਬੇਟਾ ਹੋਰ ਵੱਧ ਤੋਂ ਵੱਧ ਸਟੂਡੈਂਟਸ ਤੱਕ ਸ਼ੇਅਰ ਕਰੋ। ਤੇ ਜਿਹੜੇ ਸਟੂਡੈਂਟਸ ਨੇ ਬੇਟਾ ਹਜੇ ਤੱਕ YouTube ਚੈਨਲ ਲਰਨਰਸ ਬੋਹਾ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਹਰ ਤਰ੍ਹਾਂ ਦੇ ਜਿਹੜੇ ਲੈਕਚਰਸ ਨੇ ਜੋ ਅਪਲੋਡ ਹੋ ਰਹੇ ਨੇ ਤੁਹਾਡੇ ਕੋਲੇ ਉਹ ਪਹੁੰਚਦੇ ਰਹਿਣ। ਸੋ ਜਿਹੜੇ ਸਟੂਡੈਂਟਸ ਨੂੰ ਬੇਟਾ ਅਗੇਨ ਮੈਂ ਹਰ ਲੈਕਚਰ ਦੇ ਵਿੱਚ ਇਹ ਗੱਲ ਕਹਿਣਾ ਹੈ, ਅੱਜ ਵੀ ਤੁਹਾਨੂੰ ਇਹੀ ਗੱਲ ਕਹਿ ਰਹੇ ਕਿ ਲੈਕਚਰ ਸਮਝ ਲਿਆ, ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ, ਕੋਈ ਕੁਐਰੀ ਹੈ ਬੇਟਾ, ਬੇਝਿਜਕ ਮੇਰੇ WhatsApp ਨੰਬਰ ਦੇ ਉੱਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡਾ WhatsApp ਗਰੁੱਪ ਵੀ ਬਣਿਆ ਹੋਇਆ, ਉਸ WhatsApp ਗਰੁੱਪ ਦੇ ਵਿੱਚ ਵੀ ਇੱਕ ਹੈਲਦੀ ਡਿਸਕਸ਼ਨ ਆਪਾਂ ਕਰ ਸਕਦੇ ਹਾਂ ਤੇ ਪਰਸਨਲੀ ਵੀ ਤੁਸੀਂ ਬੇਟਾ ਮੈਨੂੰ ਕੁਐਸਚਨਸ ਪੁੱਛ ਸਕਦੇ ਹੋ ਕਿਸੇ ਵੀ ਟਾਈਮ ਦੇ ਉੱਤੇ। ਮੇਰਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ। ਸੋ ਬੇਟਾ ਮੇਰੀ ਹੈਲਪ ਸਬਜੈਕਟ ਦੇ ਰਿਗਾਰਡਿੰਗਲੀ, ਤੁਹਾਡੀ ਸਟੱਡੀ ਦੇ ਰਿਗਾਰਡਿੰਗਲੀ ਹਮੇਸ਼ਾ ਤੁਹਾਡੇ ਲਈ ਅਵੇਲੇਬਲ ਹੈ। ਜਿੰਨਾ ਮੈਂ ਕਰ ਸਕਦਾ ਬੇਟਾ ਉਹ ਤੁਹਾਡੇ ਲਈ ਹਮੇਸ਼ਾ ਕਰੂੰਗਾ ਸੋ ਦੈਟ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਅੱਛੇ ਮੁਕਾਮ ਦੇ ਉੱਤੇ ਪਹੁੰਚ ਸਕੋ ਬੇਟਾ। ਸੋ ਇਸੇ ਉਮੀਦ ਨਾਲ ਕਿ ਤੁਸੀਂ ਲੈਕਚਰ ਨੂੰ ਪਸੰਦ ਕਰੋਗੇ ਤੇ ਜ਼ਰੂਰ ਬੁੱਕਸ ਦੇ ਵਿੱਚੋਂ ਪੜ੍ਹੋਗੇ ਬੇਟਾ। ਮਿਲਦੇ ਹਾਂ ਬਹੁਤ ਜਲਦੀ ਨੈਕਸਟ ਲੈਕਚਰ ਦੇ ਨਾਲ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮਚ।